ਲਾ ਸਮਰਥ ਡੋਲਣ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ ਧੰਨ ਵਾਹਿਗੁਰੂ ਸਾਹਿਬ ਜੀਓ। ਵਾਹਿਗੁਰੂ ਇਕ ਓੰਕਾਰ ਸਤਿਗੁਰ ਪ੍ਰਸਾਦ। ਮਾਰ ਸੂਹੀ ਕੀ ਸਲੋਕਾਂ ਨਾਲ ਮਹਲਾ ਤੀਜਾ। ਸ਼ਲੋਕ ਮਹਲਾ ਤੀਜਾ। ਸੂਹੈ ਬੇਸ ਦੁਹਾਗਣੀ ਪਰ ਪਿਰ ਰਾਵਣ ਜਾਏ। ਫਿਰ ਛੋੜਿਆ ਘਰ ਆਪਣੈ ਮੋਹੀ ਦੂਜੈ ਭਾਈ। ਮਿੱਠਾ ਕਰਕੇ ਖਾਇਆ ਬਹੁ ਸਾਧੋਂ ਵਧਿਆ ਰੋਗ। ਸੁਧ ਪਧਾਰ ਹਰ ਛੋੜਿਆ ਫਿਰ ਲੱਗਾ ਜਾਏ ਵਿਜੋਗ। ਗੁਰਮੁਖ ਹੋਵੈ ਸੋ ਪਲਟਿਆ ਹਰ ਰਾਤੀ ਸਾਜ ਸ਼ਿੰਗਾਰ। ਸਹਿਜ ਸੱਚ ਪਿਰ ਰਾਵਿਆ ਹਰ ਨਾਮਾ ਉਰ ਧਾਰ। ਆਗਿਆਕਾਰੀ ਸਦਾ ਸੁਹਾਗਣ ਆਪ ਮੇਲੀ ਕਰਤਾਰ। ਨਾਨਕ ਪਿਰ ਪਾਇਆ ਹਰ ਸਾਚਾ ਸਦਾ ਸੁਹਾਗਣ ਨਾਰ। ਨਾਨਕ ਪਿਰ ਪਾਇਆ ਹਰ ਸਾਚਾ ਸਦਾ ਸੁਹਾਗਣ ਨਾਰ। ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠੇ ਗੁਰੂ ਪਿਆਰਿਓ, ਆਪ ਸਾਰੇ ਹੀ ਅਤੀ ਸਤਿਕਾਰਯੋਗ ਧੰਨਤਾ ਦੇ ਯੋਗ ਹੋ ਵੱਡੇ ਭਾਗ ਨੇ। ਸਾਹਿਬਾਂ ਦੀ ਮੁਬਾਰਕ ਗੋਦ ਵਿੱਚ ਜੁੜ ਕੇ ਅਰਬੀ ਬਾਣੀ ਦਾ ਆਨੰਦ ਮਾਣਦੇ ਹੋ। ਆਓ ਜੋ ਆਪਾਂ ਪਿਛਲੇਰੀ ਵਿਚਾਰ ਸੁਣੀ ਸੀ ਅਸ਼ਟਪਦੀਆਂ ਦੇ ਰੂਪ ਵਿੱਚ, ਅੱਜ ਦੀ ਜਿਹੜੀ ਸ਼ਬਦ ਦੀ ਆਰੰਭਤਾ ਸੂਹੀ ਰਾਗ ਦੇ ਵਿੱਚ ਸ਼ਲੋਕ ਜਿਹਨੂੰ ਆਪਾਂ ਬਾਰ ਦੇ ਰੂਪ ਵਿੱਚ ਬਿਆਨ ਕਰਦੇ ਹਾਂ। ਤਕਰੀਬਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਅੰਦਰ 22 ਵਾਰਾਂ ਦਾ ਜ਼ਿਕਰ ਆਉਂਦਾ। ਜੋ ਸ਼ਲੋਕ ਪੌੜੀਆਂ ਬਚ ਗਏ ਉਹਨਾਂ ਨੂੰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲਾਸਟ ਵਾਲੇ ਅੰਗਾਂ ਤੇ ਦਰਜ ਕੀਤਾ ਹੈ। ਜਿਸ ਬਾਣੀ ਨੂੰ ਆਪਾਂ 12 ਤੇ ਵਧੀਕ ਕਹਿ ਕੇ ਉਚਾਰਨ ਕਰਦੇ ਹਾਂ। ਸੋ ਆਪਾਂ ਅੱਜ ਸੂਹੀ ਰਾਗ ਦੀ ਬਾਰ ਦੀ ਆਰੰਭਤਾ ਕੀਤੀ ਹੈ। ਇੱਕ ਸ਼ਲੋਕ ਤੀਜੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਪੜ੍ਹੀ ਹੈ।
ਆਓ ਗੁਰੂ ਕਿਰਪਾ ਕਰੇ ਗੁਰਫਤਿਹ ਦੀ ਸਾਂਝ ਪਾਈਏ, ਬਾਣੀ ਦੀ ਵਿਚਾਰ ਆਰੰਭੀਏ। ਸਭ ਨੇ ਬੋਲਣਾ ਜੀ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਬਾਰੇ ਤੁਸੀਂ ਸਾਰੇ ਜਾਣਦੇ ਹੋ। ਬੜਾ ਨਿੱਘਾ ਸੁਭਾਅ, ਨਿਮਰਤਾ ਦੇ ਪੁੰਜ ਖਜ਼ਾਨੇ, ਦਿਆਲੂ ਕਿਰਪਾਲੂ ਬਿਰਤੀ ਮੇਰੇ ਮਾਲਕ ਦੀ, ਜਿਨ੍ਹਾਂ ਦੀ ਇਤਿਹਾਸ ਨੇ ਪੂਰੀ ਦੀ ਪੂਰੀ ਜੀਵਨ ਹਿਸਟਰੀ ਨੂੰ, ਗਾਥਾ ਨੂੰ ਸੰਭਾਲਿਆ। ਬੁੱਢੇ ਹੋਇਆਂ ਨੇ ਜਵਾਨਾਂ ਵਾਂਗ ਸੇਵਾ ਕਰਕੇ ਗੁਰੂ ਨਾਨਕ ਦੇ ਘਰ ਚੋਂ ਮਾਣ ਪ੍ਰਾਪਤ ਕੀਤਾ। ਇੱਥੇ ਮੈਂ ਥੋੜ੍ਹਾ ਜਿਹਾ ਸੇਵਾ ਦੇ ਸੰਬੰਧ ਵਿੱਚ ਜ਼ਰੂਰ ਜ਼ਿਕਰ ਕਰਾਂ, ਫਿਰ ਆਪਾਂ ਬਾਣੀ ਦੀ ਜਿਹੜੀ ਸ਼ਬਦ ਦੀ ਵਿਚਾਰ ਆਰੰਭ ਕਰਾਂਗੇ। ਕਿਉਂਕਿ ਆਪ ਜੀ ਨੂੰ ਪਤਾ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ 58 59 ਸਾਲ 60 ਸਾਲਾਂ ਦਾ ਵਕਫਾ ਅਨਮਤੀ ਕੰਮਾਂ ਵਿੱਚ ਬਤੀਤ ਹੋਇਆ। ਦੇਖਿਓ ਕਦੇ ਨਜ਼ਰ ਮਾਰ ਕੇ, ਜਿਸ ਮਨੁੱਖ ਨੇ ਜ਼ਿੰਦਗੀ 'ਚ ਕੁਛ ਖੱਟਿਆ ਨਹੀਂ ਨਾ, ਤੇ ਜਿੱਦਾਂ ਉਹਦਾ ਅੰਤ ਸਮਾਂ ਮਤਲਬ ਸਰੀਰਕ ਜਿਹੜੀ ਅਵਸਥਾ ਢਲ ਜਾਵੇ, ਉਸ ਤੋਂ ਬਾਅਦ ਉਹਦੇ ਅੰਦਰ ਪਛਤਾਵਾ ਚੱਲ ਪੈਂਦਾ, ਪਰ ਉਹ ਕਿਸੇ ਨੂੰ ਕੁਛ ਦੱਸਦਾ ਨਹੀਂ ਹੁੰਦਾ। ਅੱਛਾ, ਤੇ ਗੱਲ ਦੱਸਣ ਦੇ ਨਾਲ ਹੀ ਹੱਲ ਮਿਲਦਾ, ਬਿਨਾਂ ਗੱਲ ਨੂੰ ਦੱਸਿਆ ਹੱਲ ਨਹੀਂ ਹੁੰਦਾ। ਸਾਡੇ ਦਾਨੇ ਪੁਰਖਾਂ ਦੇ ਬੋਲ ਆ ਨਾ, ਕਰੋਗੇ ਗੱਲ ਤਾਂ ਮਿਲੂਗਾ ਹੱਲ। ਜੇ ਆਪਾਂ ਗੱਲ ਹੀ ਨਹੀਂ ਕਰਾਂਗੇ, ਦੁੱਖ ਹੀ ਨਹੀਂ ਦੱਸਾਂਗੇ, ਕਿਸੇ ਕੋਲੇ ਸਾਂਝਾ ਕਰਾਂਗੇ, ਤਾਂ ਉਹਦਾ ਹੱਲ ਵੀ ਨਹੀਂ ਹੋਵੇਗਾ। ਹੁਣ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਜਦੋਂ ਭਾਈ ਅਮਰੋ ਦੇ ਰੂਪ ਵਿੱਚ ਆ ਨਾ, ਤੇ ਉਸ ਟਾਈਮ ਤੇ ਮਨ ਦੇ ਵਿੱਚ ਇੱਕ ਦਿਮਾਗ ਦੇ ਵਿੱਚ ਖਿਆਲ ਚੱਲ ਪਿਆ, ਸੱਜਣਾ ਤੇਰੀ ਜ਼ਿੰਦਗੀ ਤਾਂ ਗਈ। ਆਪਣੇ ਅੰਦਰ ਵੀ ਖਿਆਲ ਚੱਲਦਾ ਨਾ ਵੀ ਅੱਧ ਤਾਂ ਲੰਘ ਗਿਆ, ਬਹੁਤਿਆਂ ਦਾ ਅੱਧੋਂ ਵੱਧ ਲੰਘ ਗਿਆ। ਚਲੋ ਜਿਹੜੇ ਅੱਧ ਤੋਂ ਹਜੇ ਪਿੱਛੇ ਆ, ਉਹਨਾਂ ਦੇ ਅੰਦਰ ਭਾਈ ਜਵਾਨੀ ਦਾ ਹੰਕਾਰ ਹੁੰਦਾ। ਉਹ ਅੱਜ ਦਾ ਜ਼ਿਕਰ ਕੀਤਾ ਪਾਤਸ਼ਾਹ ਨੇ। ਉਹ ਫਿਰ ਪੁੱਠੇ ਕੰਮਾਂ 'ਚ ਲੱਗੇ ਰਹਿੰਦੇ, ਉਹਨਾਂ ਦਾ ਧਿਆਨ ਇੱਧਰ ਆਉਂਦਾ ਹੀ ਨਹੀਂਗਾ। ਫਿਰ ਬੰਦੇ ਅੰਦਰ ਪਛਤਾਵਾ ਚੱਲਦਾ, ਉਹ ਪਛਤਾਵੇ ਦੇ ਹੰਝੂ ਇਉਂ ਕਹਿ ਲਵੋ ਸਾਡੀ ਜ਼ਿੰਦਗੀ ਬਦਲ ਦਿੰਦੇ ਨੇ। ਜੇ ਕਿਤੇ ਵਗ ਪੈਣ ਤਾਂ ਹੰਝੂ ਤਾਂ ਸਾਡੀਆਂ ਅੱਖਾਂ 'ਚੋਂ ਰੋਜ਼ ਹੀ ਨਿਕਲਦੇ ਆ, ਕਿਉਂਕਿ ਦੁੱਖ ਹੀ ਸਾਨੂੰ ਇੰਨੇ ਮਿਲਣੇ ਸ਼ੁਰੂ ਹੋ ਗਏ। ਪਰ ਜੇ ਉਹ ਪਛਤਾਵੇ ਦੇ ਹੰਝੂ, ਜਿਹੜੇ ਹੰਝੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਅੱਖ 'ਚੋਂ ਨਿਕਲੇ, ਤੇ ਉਹ ਹੰਝੂ ਨੇ ਉਹ ਅੱਖਾਂ ਦੇ ਪਾਣੀ ਨੂੰ ਸਤਿਕਾਰਯੋਗ ਸਾਡੀ ਸਿੱਖ ਕੌਮ ਦੀ ਮਹਾਨ ਸ਼ਖਸੀਅਤ, ਸਿੱਖ ਕੌਮ ਦੀ ਮਹਾਨ ਸ਼ਖਸੀਅਤ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਨੂੰਹ ਨੇ ਥੱਲੇ ਨਹੀਂ ਡਿੱਗਣ ਦਿੱਤੇ, ਇਉਂ ਹੱਥ ਕਰ ਲਏ, ਥੱਲੇ ਚੱਕ ਲਏ। ਦੇਖੋ ਕਦੇ ਅੱਜ ਦੇ ਸਮੇਂ 'ਚ ਵੀ ਨੂੰਹ ਇਹੋ ਜਿਹੀ ਬਣ ਜੇ। ਹਾਲਾਂਕਿ ਨੂੰਹ ਨੂੰ ਸੱਸ ਸਮਝਾ ਸਕਦੀ ਆ, ਸਹੁਰਾ ਸਮਝਾ ਸਕਦਾ, ਪਰ ਸਹੁਰੇ ਦੀ ਅੱਖ 'ਚੋਂ ਹੰਝੂ ਡਿੱਗਦੇ ਨੇ ਤੇ ਨੂੰਹ ਨੇ ਡਿੱਗਣ ਨਹੀਂ ਦਿੱਤੇ। ਕਹਿੰਦੀ ਬਾਪੂ ਮੈਂ ਚੱਕ ਲਵਾਂਗੀ। ਤੇ ਉਹ ਹੰਝੂ ਕਿੱਥੇ ਬਾਗੇ? ਖੰਡੂਰ ਸਾਹਿਬ ਆ ਗਏ ਸੀ। ਤੇ ਉਹਨਾਂ ਹੰਝੂਆਂ ਨੂੰ ਵੇਖ ਕੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਸੇਵਾ ਵਿੱਚ ਇੰਨੀ ਪ੍ਰੇਮ ਤੇ ਭਾਵਨਾ ਲੀਨ ਵਿਰਤੀ ਕੀਤੀ ਕਿ ਜ਼ਿੰਦਗੀ ਦੇ ਸਾਰੇ ਦੁਖਾਂਤ, ਇਉਂ ਕਹਿ ਲਓ ਸਾਰੀ ਮੈਲ ਧੋ ਕੇ ਰੱਖ ਦਿੱਤੀ, ਕੱਟ ਦਿੱਤੀ ਸਾਰੀ। ਤੇ ਸਿਆਣਿਆਂ ਦੀ ਕਹਾਵਤ ਆ ਵੀ ਡੁੱਲੇ ਵੇਰਾਂ ਦਾ ਕੁਛ ਨਹੀਂ ਵਿਗੜਿਆ, ਜੇ ਚੁੱਕ ਕੇ ਝੋਲੀ ਵਿੱਚ ਪੈ ਜਾਣ ਤਾਂ ਕੋਈ ਫਰਕ ਨਹੀਂ ਪੈਂਦਾ ਹੁੰਦਾ। ਪਰ ਇੱਥੇ ਕਈ ਵਾਰ ਬੰਦਾ, ਕਈ ਵਾਰ ਵਿਅਕਤੀ ਆਪਣੇ ਅੰਦਰ ਥੋੜੀ ਜਿਹੀ ਸ਼ਰਮ ਮਹਿਸੂਸ ਕਰਦਾ ਵੀ ਹੁਣ ਮੈਂ ਕਿਹੜੇ ਮੂੰਹ ਜਾਵਾਂ। ਨਾ, ਇਹ ਕਦੇ ਵੀ ਨਾ ਸੋਚੋ ਵੀ ਮੈਨੂੰ ਕੌਣ ਕੀ ਕਹੂ, ਕੀ ਕਰਾਂ ਕੀ ਨਾ। ਫਿਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਅੱਜ ਆਪਾਂ ਬਾਣੀ ਪੜ੍ਹਨ ਲੱਗੇ ਆ। ਜਿਸ ਗੁਰੂ ਦੀ ਕਦੇ ਅਨਮਤੀ ਜ਼ਿੰਦਗੀ ਜਿਉਂਦਿਆਂ ਅੱਖ 'ਚੋਂ ਹੰਝੂ ਕਿਰੇ, ਤੇ ਉਹ ਹੰਝੂਆਂ ਨੇ ਜ਼ਿੰਦਗੀ ਬਦਲ ਦਿੱਤੀ। ਹੰਝੂਆਂ ਨੂੰ ਚੱਕਣ ਵਾਲਾ ਮੂਹਰੇ ਦਾਨਾ ਪੁਰਖ ਸਿਆਣਾ ਸੀ, ਸਾਡੀ ਸਤਿਕਾਰਯੋਗ ਮਾਤਾ ਖੀਵੀ ਦੀ ਧੀ। ਤੇ ਮਾਤਾ ਖੀਵੀ ਦਾ ਨਾਮ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਇਆ। ਮਾਣ ਹੋਣਾ ਚਾਹੀਦਾ ਮਾਤਾ ਖੀਵੀ ਤੇ। ਆਪਾਂ ਘੱਟ ਨਹੀਂ ਹਾਂ ਜੇ ਮਾਤਾ ਖੀਵੀ ਆਪਣਾ ਨਾਮ ਗੁਰੂ ਗ੍ਰੰਥ ਸਾਹਿਬ 'ਚ ਦਰਜ ਕਰਵਾ ਗਈ ਨਾ, ਆਉਣ ਵਾਲੇ ਵਕਤ ਵਿੱਚ ਅਸੀਂ ਆਪਣਾ ਇਤਿਹਾਸ ਵਿੱਚ ਨਾਮ ਕਿਵੇਂ ਦਰਜ ਕਰਵਾ ਸਕਦੇ ਹਾਂ, ਪਰ ਉਹ ਕੰਮ ਕਰਨੇ ਪੈਣੇ ਨੇ, ਹਨਾ।
ਉਹ ਸਾਨੂੰ ਆਪਣੇ ਅੰਦਰ ਲਗਨ ਮਿਹਨਤ ਕਰਨੀ ਪੈਣੀ ਆ। ਚਲੋ, ਕਹਿਣ ਤੋਂ ਭਾਵ ਵੀ ਸਾਡੇ ਜੀਵਨ ਵਿੱਚ ਸੇਵਾ ਕਰਨ ਦਾ ਜਿਹੜਾ ਪੱਖ ਆ ਉਹ ਹੋਣਾ ਵੀ ਅਤੀ ਜ਼ਰੂਰੀ ਆ। ਥੋੜੀ ਕਰੋ ਬਹੁਤੀ ਕਰੋ ਉਹ ਆਪਣੇ ਤੇ ਡਿਪੈਂਡ ਆ, ਕਿਉਂਕਿ ਸਾਡੇ ਪਾਤਸ਼ਾਹਾਂ ਦਾ ਜੀਵਨ ਆ ਜਿਹੜਾ ਉਹ ਸੇਵਾ ਸਿਮਰਨ ਨਾਲ ਜੁੜਿਆ ਗਿਆ। ਕਿਰਤ ਕਰੋ, ਇਹ ਕੀ ਹੈ? ਸੇਵਾ। ਨਾਮ ਜਪੋ, ਵੰਡ ਕੇ ਛਕੋ। ਆ ਤਿੰਨ ਗੱਲਾਂ ਸਾਡੀ ਝੋਲੀ ਵਿੱਚ ਪਾਈਆਂ ਪਈਆਂ, ਕਦੇ ਵੀ ਨਾ ਭੁੱਲੀਏ। ਵੰਡ ਕੇ ਕੀ ਛਕਣਾ? ਕਈ ਵਾਰ ਹੁੰਦਾ ਵੀ ਯਾਰ ਮੈਂ ਤਾਂ ਗਰੀਬ ਆ, ਮੈਂ ਤਾਂ ਆਪਦੇ ਘਰ ਰੋਟੀ ਮਸਾਂ ਪੱਕਦੀ ਆ, ਮੈਂ ਕਿਸੇ ਨੂੰ ਵੰਡ ਕੇ ਕੀ ਛਕਾ ਸਕਦਾ? ਨਹੀਂ, ਸਾਡੇ ਕੋਲੇ ਵੰਡਣ ਵਾਸਤੇ ਗਰੀਬ ਕੋਲੇ ਵੀ ਅਮੀਰ ਕੋਲੇ ਵੀ ਗਿਆਨ ਆ ਜਿਹੜਾ ਉਹ ਗੁਰੂ ਕੋਲੋਂ ਫ੍ਰੀ ਮਿਲਦਾ। ਕਣਕ ਤਾਂ ਚਲੋ ਮੁੱਲ ਮਿਲੂ ਨਾ, ਚੌਲ ਤਾਂ ਮੁੱਲ ਮਿਲਣਗੇ ਨਾ, ਹੋਰ ਖਾਣ ਵਾਸਤੀਆਂ ਪਹਿਨਣ ਵਾਸਤੇ ਵਸਤਾਂ ਸਾਨੂੰ ਮੁੱਲ ਮਿਲਣਗੀਆਂ, ਨਹੀਂ ਖਰੀਦ ਸਕਦੇ ਅਸੀਂ, ਨਹੀਂ ਵੰਡ ਸਕਦੇ, ਪਰ ਜਿਹੜਾ ਗਿਆਨ ਆ ਨਾ ਉਹ ਤਾਂ ਗੁਰੂ ਕੋਲੋਂ ਬਿਲਕੁਲ ਫ੍ਰੀ ਮਿਲਦਾ, ਤੇ ਇਹ ਆਪਾਂ ਅੱਗੇ ਵੰਡ ਸਕਦੇ ਹਾਂ। ਫਿਰ ਇਹ ਕਨਸੈਪਟ ਸਾਡੀ ਜ਼ਿੰਦਗੀ ਵਿੱਚ ਆ ਗਿਆ ਤੇ ਕਦੇ ਵੀ ਅਸੀਂ ਫੇਲ ਨਹੀਂ ਹੋਵਾਂਗੇ। ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਅੱਜ ਦਾ ਜਿਹੜਾ ਪਾਵਨ ਸ਼ਬਦ ਆ ਪੂਰੀ ਗੌਰ ਦੇ ਨਾਲ ਸੁਣਿਓ। ਸ਼ਾਇਦ ਮੈਂ ਪਹਿਲਾਂ ਮਾਫੀ ਮੰਗਾਂਗਾ ਵੀ ਉਨੀ ਗੱਲ ਮੈਂ ਵੀ ਕਲੀਅਰ ਨਹੀਂ ਕਰ ਸਕਾਂਗਾ ਜਿੰਨੀ ਕੁ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਕੀਤੀ ਆ, ਕਿਉਂਕਿ ਕਈ ਪੱਖ ਹੁੰਦੇ ਨੇ ਵੀ ਉਹ ਸੰਗਤੀ ਰੂਪ ਵਿੱਚ ਬੋਲੇ ਜਾ ਸਕਦੇ ਨੇ, ਪਰ ਮੈਂ ਇਹ ਕਹਾਂਗਾ ਵੀ ਉੱਥੇ ਸਾਡੀ ਕਮਜ਼ੋਰੀ ਹੋ ਸਕਦੀ ਆ ਵੀ ਅਸੀਂ ਨਹੀਂ ਬੋਲਦੇਗੇ। ਬੋਲੇ ਜਾ ਸਕਦੇ ਨੇ, ਪਰ ਜੇ ਆਪਾਂ ਇੱਕ ਪਰਿਵਾਰ ਬਣ ਕੇ ਬੈਠ ਕੇ ਗੁਰੂ ਦੀ ਗੱਲ ਸੁਣੀਏ ਤੇ ਗੁਰੂ ਦੀ ਗੱਲ ਕਹੀਏ ਤਾਂ ਉਹ ਤੁਹਾਡੀ ਵੀ ਅਵਸਥਾ ਬਣ ਜਾਵੇ, ਸਾਡੀ ਵੀ ਅਵਸਥਾ ਬਣ ਜਾਵੇ, ਫਿਰ ਮਨ ਦੇ ਵਿੱਚ ਸ਼ੰਕਾ ਕੋਈ ਨਹੀਂ ਹੋਵੇਗਾ। ਸ਼ਲੋਕ ਮਹੱਲਾ ਤੀਜਾ। ਸੂਹੈ ਵੇਸ ਦੁਹਾਗਣੀ। ਸੂਹੈ ਵੇਸ ਪਹਿਰਾਵਾ, ਸੂਹਾ ਚੋਹ ਚੋਹਾ ਵੇਸ, ਜਿਹਨੂੰ ਮਤਲਬ ਆਪਾਂ ਕੁਸੰਬੇ ਦਾ ਰੰਗ ਵੀ ਕਹਿ ਸਕਦੇ ਹਾਂ, ਕੱਚਾ ਰੰਗ ਵੀ ਕਹਿ ਸਕਦੇ ਹਾਂ। ਹੁਣ ਇੱਥੇ ਦੋ ਚੀਜ਼ਾਂ ਆਪਾਂ ਆਪਣੀਆਂ ਅੱਖਾਂ ਦੇ ਸਾਹਮਣੇ ਰੱਖ ਲਓ, ਇੱਕ ਕੱਚੀ ਤੇ ਇੱਕ ਪੱਕੀ। ਸਾਡੀ ਜਿਹੜੀ ਅੱਖ ਆ ਗਈ, ਸਾਡਾ ਜਿਹੜਾ ਵਿਚਾਰ ਆ, ਦਿਮਾਗ ਆ, ਬੁੱਧੀ ਆ, ਉਹ ਕਿਸ ਨੂੰ ਪਸੰਦ ਕਰੂ? ਕੱਚੇ ਨੂੰ ਪਸੰਦ ਕਰੂ ਕਿ ਪੱਕੇ ਨੂੰ ਪਸੰਦ ਕਰੂ? ਆਪਾਂ ਆਪਣੇ ਆਪ ਨੂੰ ਪੁੱਛਣਾ, ਆਪਾਂ ਗੁਰੂ ਨੂੰ ਨਹੀਂ ਪੁੱਛਣਾ। ਜਿਹੜੀ ਗੱਲ ਗੁਰੂ ਨੂੰ ਪੁੱਛਣੀ ਆ ਉਹ ਗੁਰੂ ਤੋਂ ਪੁੱਛਣੀ ਆ ਆਪਾਂ। ਜਿਹੜੀ ਗੱਲ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਨੇ ਆਪਣੇ ਆਪ ਨੂੰ ਪੁੱਛਦੇ, ਆਪਣੇ ਆਪ ਨੂੰ ਵੀ ਜ਼ਰੂਰ ਪੁੱਛੀਏ ਆਪਾਂ। ਹੁਣ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਸਾਹਮਣੇ ਦੋ ਪੱਖ ਰੱਖ ਦਿੱਤੇ, ਇੱਕ ਕੱਚਾ ਤੇ ਇੱਕ ਪੱਕਾ। ਮਿੱਤਰ ਪਿਆਰਿਆ, ਤੂੰ ਇਹ ਦੱਸ ਤੈਨੂੰ ਕੱਚਾ ਪਸੰਦ ਆ ਕਿ ਪੱਕਾ ਪਸੰਦ ਆ? ਅਸੀਂ ਕੀ ਕਵਾਂਗੇ? ਪੱਕਾ ਰੰਗ ਹੋਵੇ, ਕੱਚਾ ਰੰਗ ਫਿੱਟ ਜਾਂਦਾ। ਕੱਚਾ ਭੋਜਨ ਨਾ ਹੋਵੇ, ਪੱਕਾ ਭੋਜਨ ਹੋਵੇ। ਪੱਕਿਆ ਹੋਇਆ ਕੱਚਾ ਹੋ ਨੁਕਸਾਨ ਕਰੂ। ਕੱਚੀ ਰੋਟੀ ਕੋਈ ਨਹੀਂ ਖਾਂਦਾ। ਆਟਾ ਕੱਚਾ ਨਾ ਮਤਲਬ ਕੋਈ ਨਹੀਂ ਦੰਦਗਾ ਵੜਦਾ, ਅਗਲਾ ਉਹਨਾਂ ਕੱਟ ਕੇ ਪਾਸੇ ਰੱਖਣ ਦਾ, ਨਹੀਂ ਭਾਈ ਨੁਕਸਾਨ ਕਰੂ। ਮਤਲਬ ਜਿਹੜੀ ਕੱਚੀ ਚੀਜ਼ ਆ ਨਾ ਉਹ ਨੁਕਸਾਨ ਕਰਦੀ ਆ। ਕੱਚਾ ਤਾਗਾ ਉਹ ਵੀ ਨੁਕਸਾਨ ਕਰਦਾ, ਵੀ ਅੱਜ ਖਰੀਦਿਆ ਕੱਲ ਨੂੰ ਫਿਰ ਖਰੀਦੋ, ਥੋੜਾ ਪੱਕਾ ਹੀ ਖਰੀਦੋ। ਮਤਲਬ ਕਹਿਣ ਤੋਂ ਭਾਵ ਕੋਈ ਵੀ ਵਸਤੂ ਖਰੀਦਣੀ ਆ, ਸਾਡੇ ਦਿਮਾਗ ਦੇ ਵਿਚਾਰ ਇਹ ਕਹਿੰਦੇ ਨੇ ਅਸੀਂ ਪੱਕੀ ਵਸਤੂ ਦੇ ਗਾਹਕ ਬਣਦੇ ਆ, ਕੱਚੀ ਦੇ ਗਾਹਕ ਨਹੀਂ ਬਣਦੇ। ਕੱਚਾ ਘੜਾ ਵੀ ਨਹੀਂ ਪਸੰਦ, ਬਾਕੀ ਤਾਂ ਛੱਡੋ ਆਪਾਂ, ਉਹ ਵੀ ਟਣਕਾ ਕੇ ਵੇਖਦਾ ਅਗਲਾ ਵੀ ਪੱਕਾ ਕਿ ਕੱਚਾ। ਕੱਚਾ ਤਾਂ ਸਾਨੂੰ ਵੀ ਨਹੀਂ ਫਿੱਟ ਹੈ। ਅੱਛਾ, ਕੋਈ ਬੰਦਾ ਕੱਚਾ ਹੋਵੇ, ਕੱਚੇ ਤੋਂ ਭਾਵ ਬੇਜ਼ਬਾਨਾ ਹੋਵੇ, ਬੇਧਿਆਨਾ ਹੋਵੇ, ਬੇਅਕਲਾ ਹੋਵੇ, ਆਪਾਂ ਉਹਦੇ ਨਾਲ ਮਿੱਤਰਤਾ ਥੋੜੀ ਹੋਵਾਂਗੇ। ਆਪਾਂ ਕਹਿੰਦੇ ਕੱਚੇ ਨਾਲ ਯਾਰੀ ਕਾਹਦੀ ਪਾਉਣੀ ਆ। ਅੱਛਾ, ਫਰਕ ਕਿੱਥੇ ਪੈਂਦਾ? ਫਰਕ ਇੱਥੇ ਪੈਂਦਾ ਜਦੋਂ ਗੁਰੂ ਦੀ ਗੱਲ ਆਉਂਦੀ ਹੈ ਨਾ, ਵੀ ਆਹ ਦੋ ਗੁਰੂ ਬੈਠੇ ਨੇ, 22 ਮੰਜੀਆਂ ਵਾਲਾ ਬੈਠਾ ਇੱਕ 9ਵੇਂ ਪਾਤਸ਼ਾਹ ਬੈਠਾ। ਇਹ ਦੋ ਗੁਰੂ ਬੈਠੇ ਨਾ, ਇੱਕ ਪਾਸੇ ਗੁਰੂ ਨਾਨਕ ਸਾਹਿਬ ਬੈਠੇ ਨੇ, ਇੱਕ ਪਾਸੇ ਸ਼ਿਵ ਨਾਵਗੇ ਰਾਜੇ ਨੇ ਜੋ ਕੱਚੇ ਗੁਰੂ ਬਣਾਏ ਨੇ ਉਹ ਬੈਠੇ ਨੇ। ਹੁਣ ਤੂੰ ਦੇਖ ਕਿਹੜਾ ਪਸੰਦ ਕਰਦਾ। ਉੱਥੇ ਆ ਕੇ ਸਾਡਾ ਮਨ ਕੀ ਕਹਿੰਦਾ? ਇੱਥੇ ਪੱਕਾ ਨਹੀਂ ਪਸੰਦ, ਇੱਥੇ ਕੌਣ ਪਸੰਦ ਆ? ਇੱਥੇ ਕੱਚਾ ਪਸੰਦ ਆ। ਇੱਥੇ ਅਸੀਂ ਕੱਚੇ ਦਾ ਪੱਲਾ ਫੜ ਲੈਂਦੇ ਆ। ਫਿਰ ਕੀ ਹੋ ਗਿਆ? ਫਿਰ ਪਾਤਸ਼ਾਹ ਜੀ ਕਹਿੰਦੇ ਡੁੱਬ ਗਿਆ। ਬਸ ਜਿਸ ਬੇੜੀ ਦੇ ਵਿੱਚ ਛੇਕ ਸੀ ਨਾ, ਮੋਰੀ ਸੀ, ਸੁਰਾਖ ਸੀ, ਤੂੰ ਉਹਦੇ ਵਿੱਚ ਅਸਵਾਰ ਹੋ ਗਿਆ ਸੱਜਣਾ, ਤੂੰ ਬਹੁਤੀ ਦੇਰ ਨਹੀਂ ਦੂਰ ਤੱਕ ਜਾ ਸਕਦਾ, ਆਖਰਕਾਰ ਡੁੱਬ ਜਾਏਗਾ। ਬੇੜੀ ਉਹ ਚੁਣ ਕਿਹੜੀ? ਜਿਹੜੀ ਵਿੱਚ ਸੁਰਾਖ ਨਹੀਂ ਹੈ। ਗੁਰੂ ਬੇੜੀ ਆ। ਬਾਰ-ਬਾਰ ਗੁਰੂ ਸਾਹਿਬ ਨੇ ਬਾਣੀ ਚ ਗੁਰੂ ਨੂੰ ਸ਼ਬਦ ਨੂੰ ਜਹਾਜ਼ ਵੀ ਲਿਖਿਆ, ਬੇੜੀ ਤੁਲਹਾ ਲਿਖਿਆ, ਪਰ ਇਹ ਬੇੜੀ ਕਿਹੜੀ ਆ? ਜਿਹੜੀ ਪੱਕੀ ਆ।
ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਇੱਥੇ ਜ਼ਿਕਰ ਕੀ ਕਰਦੇ ਸੀ, ਕੱਚਾ ਤੇ ਪੱਕਾ। ਤੂੰ ਨਿਗਾਹ ਮਾਰ ਵੀ ਤੂੰ ਕੱਚੇ ਦਾ ਆਸ਼ਿਕਾਂ ਜਾਂ ਪੱਕੇ ਦਾ ਆਸ਼ਿਕਾਂ। ਅਸੀਂ ਕਵਾਂਗੇ ਦੁਨਿਆਵੀ ਤਲ ਤੇ ਨਿਗਾਹ ਮਾਰ ਕੇ ਅਸੀਂ ਪੱਕੇ ਦੇ ਆਸ਼ਿਕ ਹਾਂ। ਫਿਰ ਗੁਰੂ ਸਾਹਿਬ ਕਹਿੰਦੇ ਗੁਰੂ ਕੋ ਕੱਚਾ ਚੁਣਦਾ ਹੁੰਦਾ, ਗੁਰੂ ਵੀ ਪੱਕੇ ਚੁਣਿਆ ਕਰਨਾ। ਚਲੋ ਤੁਸੀਂ ਸਾਰੇ ਧੰਨਤਾ ਦੇ ਯੋਗੋਂ ਪੱਕੇ ਗੁਰੂ ਕੋਲੇ ਬੈਠੇ ਹੋ, ਕੱਚੇ ਕੋਲੇ ਨਹੀਂ ਜਾਂਦੇ, ਜਾਇਓ ਵੀ ਨਾ ਕਦੇ। ਮੇਰਾ ਵਾਸਤਾ ਤੁਹਾਨੂੰ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪਿਆਰ ਕਰਦੇ ਹੋ ਨਾ ਦਿਲ ਚੋਂ ਕਰੋ। ਸਰੀਰਾਂ ਦੇ ਪਿਆਰ ਤਾਂ ਲੋਕਾਂ ਦੇ ਵੀ ਟੁੱਟ ਜਾਂਦੇ ਆ, ਰੂਹ ਦੇ ਪਿਆਰ ਮਜ਼ਬੂਤ ਹੁੰਦੇ ਨੇ। ਤੇ ਆਪਾਂ ਨੂੰ ਜਿਹੜੀ ਲਾਗ ਆ ਨਾ, ਉਹ ਰੂਹ ਦਾ ਪਿਆਰ ਕਰਨ ਦੀ ਲੱਗ ਜਾਵੇ ਤਾਂ ਸਾਡਾ ਜੀਵਨ ਵਿਲੱਖਣ ਹੋ ਸਕਦਾ, ਸੋਹਣਾ ਬਣ ਸਕਦਾ। ਸਰੀਰਾਂ ਦੇ ਪਿਆਰ ਤਾਂ ਆਪਾਂ ਨੂੰ ਪਤਾ ਨਾ, ਇੱਕ ਪਾਸੇ ਇੱਕ ਦੂਜੇ ਨੂੰ ਭੰਡੀ ਵੀ ਜਾਂਦੇ ਤੇ ਨਾਲੇ ਹੱਥ ਮਲਾਈ ਜਾਂਦੇ ਆਗੇ, ਇਹ ਕਾਹਦਾ ਪਿਆਰ ਆ? ਤੇ ਰੂਹ ਦਾ ਪਿਆਰ ਇੱਥੇ ਕੀ ਆ? ਇੱਕ ਹੱਥ ਤਲਵਾਰ, ਇਧਰਲੇ ਦੀ ਧੌਣ ਵੱਢਣੀ ਆ, ਇਧਰਲੇ ਹੱਥ ਤਲਵਾਰ ਉਹਦੀ ਧੌਣ ਵੱਢਣੀ ਆ, ਪਰ ਰੂਹ ਨੂੰ ਪਿਆਰ ਆ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉੱਥੇ ਦੁਸ਼ਮਣਾਂ ਨੂੰ ਵੀ ਜੱਫੀਆਂ ਪੈ ਗਈਆਂ। ਕਿਉਂ ਪੈ ਗਈਆਂ? ਕਿਉਂਕਿ ਇੱਥੇ ਰੂਹਾਂ ਦਾ ਮਿਲਾਪ ਹੋ ਗਿਆ, ਸਰੀਰਾਂ ਦਾ ਮਿਲਾਪ ਨਹੀਂ, ਰੂਹਾਂ ਦਾ ਮਿਲਾਪ ਹੋ ਗਿਆ। ਭਾਵੇਂ ਉੱਥੇ ਸ਼ੈਦ ਖਾਂ ਦੇ ਸਾਹਮਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਖੜਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਭਾਵੇਂ ਸਨਮੁਖ ਸ਼ੈਦ ਖਾਂ ਖੜਾਗਾ। ਚਲੋ ਕਹਿਣ ਤੋਂ ਮੁਰਾਦ ਇੱਥੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਸੂਹੈ ਵੇਸ। ਵੇਸ ਤੁਸੀਂ ਜਾਣਦੇ ਹੋ, ਕਿਰਿਆ ਸਾਡੇ ਸਰੀਰ ਦਾ ਪਹਿਰਾਵਾ। ਸੂਹੈ ਵੇਸ ਦੁਹਾਗਣੀ। ਗੁਰੂ ਸਾਹਿਬ ਨੇ ਨਾ ਇੱਕ ਦੁਹਾਗਣੀ ਦੀ ਉਦਾਹਰਨ ਦਿੱਤੀ ਆ। ਦੋ ਤੁਖੱਲਸ ਮਿਲਦੇ ਨੇ ਇੱਕ ਭੈਣ ਨੂੰ। ਇੱਥੇ ਭੈਣ ਕਿਹੜੀ ਆ? ਆਪਾਂ ਉਦਾਹਰਨ ਲਵਾਂਗੇ ਆਪਣੇ ਘਰ ਚੋਂ, ਤੇ ਭੈਣ ਆ ਸਾਡੀ ਜੀਵ ਆਤਮਾ। ਕਿਉਂਕਿ ਜਿਹੜੀ ਜੀਵ ਆਤਮਾ ਨਾ, ਉਹਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸਤਰੀ ਲਿੰਗ ਦੇ ਵਿੱਚ ਬਿਆਨ ਕੀਤਾ ਗਾ। ਜਿਵੇਂ ਲਿੰਗ ਪੁਲਿੰਗ ਤੁਸੀਂ ਜਾਣਦੇ ਹੋ ਨਾ, ਮਤਲਬ ਇਸਤਰੀ ਲਿੰਗ ਦੇ ਵਿੱਚ ਬਿਆਨ ਕਰਕੇ ਉਹਨੂੰ ਇਸਤਰੀ ਦਾ ਰੂਪ ਦੇ ਕੇ ਗੱਲ ਕੀਤੀ। ਜਿੰਨੀ ਵੀ ਗੱਲ ਕੀਤੀ ਇਸਤਰੀ ਦਾ, ਭੈਣ ਕੇ ਨਵਾਜਿਆ। ਤੇ ਉੱਥੇ ਕਈ ਵਾਰ ਗੱਲ ਹੋ ਜਾਂਦੀ ਵੀ ਖਬਰ ਨਹੀਂ ਕੱਲੀਆਂ ਭੈਣਾਂ ਦੀ ਗੱਲ ਚੱਲ ਰਹੀ ਆ ਤੇ ਵੀਰਾਂ ਦੀ ਗੱਲ ਹੀ ਨਹੀਂ। ਨਾ ਨਾ ਨਾ, ਵੀਰਾਂ ਦੀ ਵੀ ਗੱਲ ਆ, ਪਰ ਗੱਲ ਕੀ ਆ ਇੱਥੇ? ਉਹ ਇਸਤਰੀ ਲਿੰਗ ਦੇ ਵਿੱਚ ਗੁਰੂ ਸਾਹਿਬ ਜੀਵ ਆਤਮਾ ਵੱਲ ਉਂਗਲ ਕਰਦੇ ਆ, ਹੱਥ ਕਰਦੇ ਆ। ਹੁਣ ਕਿਹਨੇ ਬੇਸ ਬਣਾਇਆ? ਦੁਹਾਗਣਾ ਵਾਲਾ ਸਾਡੀ ਜੀਵ ਇਸਤਰੀ ਨੇ। ਹੁਣ ਇਹਨੂੰ ਸਮਝਣ ਦੇ ਲਈ, ਜੀਵ ਇਸਤਰੀ ਨੂੰ ਸਮਝਣ ਦੇ ਲਈ ਉਹ ਸਾਨੂੰ ਬਾਹਰੋਂ ਉਦਾਹਰਨ ਲੈਣੀ ਪਊ। ਇੱਕ ਸੁਹਾਗਣ ਦਾ ਤੁਖੱਲਸਾ ਤੇ ਇੱਕ ਦੁਹਾਗਣ ਦਾ, ਇੱਕ ਵਿਧਵਾ ਰੰਡਾਪਣ ਹੁੰਦਾਗਾ। ਹੁਣ ਚਲੋ ਰੰਡੇਪਣ ਨੂੰ ਤਾਂ ਗੁਰੂ ਸਾਹਿਬ ਨੇ ਪਾਸੇ ਕਰ ਦਿੱਤਾ, ਪਰ ਜਿਹੜਾ ਜੀਵਨ ਆ ਦੁਹਾਗਣ ਤੇ ਸੁਹਾਗਣ। ਹੁਣ ਆਪਾਂ ਸਾਰੇ ਵੀਰ ਭੈਣਾਂ ਜਿੰਨੇ ਕੋ ਬੈਠੇ ਆ, ਆਪਣੇ ਆਪ ਵੱਲ ਨਿਗਾਹ ਮਾਰੋ ਵੀ ਸਾਡੇ ਅੰਦਰ ਕਿਸ ਚੀਜ਼ ਦੇ ਪ੍ਰਥਾਏ ਪਿਆਰ ਆ? ਸੁਹਾਗਣਾ ਦੇ ਪ੍ਰਥਾਏ ਪਿਆਰ ਆ ਕਿ ਦੁਹਾਗਣਾ ਦੇ ਪ੍ਰਥਾਏ ਪਿਆਰ ਆ? ਆਪਾਂ ਆਪਣੇ ਆਪ ਨੂੰ ਪੁੱਛੋ। ਜਦੋਂ ਆਪਾਂ ਆਪਣੇ ਆਪ ਨੂੰ ਪੁੱਛਾਂਗੇ ਨਾ, ਫਿਰ ਸਾਡਾ ਸੁਹਾਗਣਾ ਵਾਲੇ ਪਾਸੇ ਜਿਹੜਾ ਉਹ ਚਿੱਤ ਜਾਊਗਾ, ਚਿੱਤ ਰੂਹ ਦੀ ਆਵਾਜ਼ ਉਧਰਲੇ ਪਾਸੇ ਜਾਊ। ਸੁਹਾਗਣ ਵਾਲੀ ਪਿਆਰ ਹੋਵੇਗਾ ਨਾ, ਉਹਦੇ ਨਾਲ ਹੀ ਮਿੱਤਰਤਾ, ਉਹ ਉਸੇ ਨੂੰ ਆਪਾਂ ਚੰਗਾ ਕਹਾਂਗੇ। ਵਾਹ ਵੀ ਵਾਹ, ਸ਼ੁਕਰ ਆ ਦਾਤੇ ਦਾ ਇੰਨਾ ਸੋਹਣਾ ਜੀਵਨ, ਸੁਹਾਗਣਾ ਵਰਗਾ ਜੀਵਨ ਨਾ। ਤੇ ਦੁਹਾਗਣ ਨੂੰ ਮੂੰਹ ਕੋਈ ਨਹੀਂ ਲਾਉਂਦਾ, ਪੁੱਠੇ ਕੰਮ ਕਰਨ ਵਾਲੇ। ਚਲੋ ਇੰਨੀ ਕਾਫੀ ਆ। ਉਹ ਪਹਿਲਾਂ ਮਾਫੀ ਮੰਗ ਲਈ ਸੀ, ਮੈਂ ਪੂਰਾ ਕਲੀਅਰ ਸ਼ਾਇਦ ਨਾ ਕਰ ਸਕਾਂ। ਹੁਣ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਾਡਾ ਜਿਹੜਾ ਜੀਵ ਇਸਤਰੀ ਦਾ ਸੁਭਾਅ, ਬਾਹਰੋਂ ਤਾਂ ਆਪਾਂ ਉਦਾਹਰਨ ਲੈ ਲਈ, ਸਾਡੇ ਅੰਦਰ ਜਿਹੜੀ ਜੀਵ ਇਸਤਰੀ ਆ ਨਾ, ਉਹਦਾ ਜਿਹੜਾ ਸੁਭਾਅ ਆ ਉਹ ਦੁਹਾਗਣਾ ਵਾਲਾ ਬਣ ਗਿਆ ਵਿਚਾਰੀ ਦਾ। ਸੂਹੈ ਅੱਗੇ ਪਾਤਸ਼ਾਹ ਜੀ ਕਹਿੰਦੇ ਨੇ ਵੇਸ ਦੁਹਾਗਣੀ। ਸੂਹੈ ਕੁਸੰਬੇ ਦਾ ਰੰਗ, ਕੱਚਾ ਰੰਗ। ਸਾਡੀ ਜੀਵ ਇਸਤਰੀ ਨੂੰ ਕੱਚਾ ਰੰਗ ਪਸੰਦ ਆ ਗਿਆ। ਫਿਰ ਕਰਦੀ ਕੀ ਆ ਉਹ? ਕੱਚੇ ਰੰਗ ਵਾਲੀ। ਅੱਗੇ ਕਹਿੰਦੇ ਨੇ ਪਰ ਪਿਰ ਰਾਵਣ ਜਾਏ। ਸੋ ਵਾਹਿਗੁਰੂ ਭਲਾ ਕਰੇ, ਬੁਰਾ ਨਾ ਮਨਾਇਓ। ਸ਼ਾਇਦ ਇਸ ਗੱਲ ਨੂੰ ਗੁਰੂ ਸਾਹਿਬ ਨੇ ਬਹੁਤ ਦਾਬ ਦੇ ਕੇ ਸਾਨੂੰ ਸਮਝਾਇਆ। ਪਹਿਲਾਂ ਲਿਖਿਆ ਪਰ, ਫਿਰ ਲਿਖਿਆ ਪਿਰ। ਦੇਖੋ ਪਤੀ ਇੱਕੋ ਹੀ ਹੁੰਦਾ, ਪਰ ਇੱਥੇ ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਵੀ ਕਹਿਣਾ ਪੈ ਗਿਆ, ਦੁਨੀਆ ਦੇ ਵਿੱਚ ਮੈਂ ਆਪਣੀ ਅੱਖ ਨਾਲ ਵੇਖਿਆ ਇੱਕ ਪਤੀ ਤੇ ਵਿਸ਼ਵਾਸ ਨਹੀਂ। ਇੱਥੇ ਤਾਂ ਲੋਕਾਂ ਦੇ ਕਈ ਪਤੀ ਨੇ। ਇੱਥੇ ਤਾਂ ਦੁਨੀਆ ਦੇ ਕਈ ਪਤੀ। ਹੁਣ ਇਦੋਂ ਅੱਗੇ ਨਹੀਂ ਮੈਂ ਜਾਣਾ, ਇਦੋਂ ਅੱਗੇ ਤੁਸੀਂ ਆਪੇ ਵਗ ਜਾਓ। ਗੁਰੂ ਸਾਹਿਬ ਜੀ ਨੇ ਕਹਿਤਾ ਕਈ ਪਤੀ।
ਪਰ ਪਿਰ, ਪਿਰ ਮਤਲਬ ਪਤੀ, ਪਰ ਮਤਲਬ ਬਗਾਨਾ। ਪਤੀ ਇੱਕੋ ਹੀ ਦਿੱਤਾ ਸੀ ਸਾਡੇ ਬਾਪ ਨੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ, ਪਰ ਬਣ ਕਿੰਨੇ ਗਏ? ਉਹ ਨਜ਼ਰ ਚਾਹੇ ਵੀਰ ਆ ਚਾਹੇ ਭੈਣ ਆ, ਆਪਾਂ ਖੁਦ ਮਾਰਨੀ ਆ। ਵੀਰ ਨੂੰ ਇੱਕ ਪਤਨੀ ਮਿਲੀ ਸੀ, ਪਤਨੀ ਨੂੰ ਇੱਕ ਪਤੀ ਮਿਲਿਆ ਸੀ। ਇਹਦੀ ਵਿਚਾਰ ਆਪਾਂ ਪਿਛਲੇ ਕਾਫੀ ਲੰਬਾ ਟਾਈਮ ਪਹਿਲਾਂ ਨਾ ਲਾਵਾਂ ਦੇ ਵਿੱਚ ਕੀਤੀ ਸੀ ਵੀ ਦੁਨੀਆ ਦੇ ਵਿੱਚ ਹਰ ਇੱਕ ਭੈਣ ਹਰ ਇੱਕ ਵੀਰ ਨੂੰ ਇੱਕ ਇੱਕ ਫੁੱਲ ਦੁਨੀਆ ਦੀ ਵਾੜੀ ਵਿੱਚੋਂ ਮਿਲਿਆ। ਇੱਕ ਫੁੱਲ ਤਾਂ ਥੋੜਾ ਬਹੁਤਾ ਫਲ ਤਾਂ ਨਾ ਬਾਗ ਦਾ ਮਾਲੀ ਚਾਹ ਨਹੀਂ ਦੇ ਦਿੰਦਾ, ਚੱਲ ਕੋਈ ਨਾ ਮੇਰੇ ਬਾਗ ਚ ਆਇਆ ਨਾ ਤੂੰ ਇੱਕ ਫਲ ਲੈ ਲਾ, ਫੁੱਲ ਲੈ ਲਾ। ਤੇ ਜੇ ਹੁਣ ਉੱਥੇ ਆਪਾਂ ਚੋਰੀ ਕਰਾਂਗੇ ਫਿਰ ਕੀ ਹੋਊ? ਦੁਆ ਦਾ ਗੱਲ ਕੁਛ ਵੀ ਨਹੀਂ। ਇੱਕ ਫੁੱਲ ਦੀ ਥਾਂ ਤੇ 2 ਤੋੜ ਲਾਂਗੇ, 4 ਤੋੜ ਲਾਂਗੇ, 5 ਤੋੜ ਲਾਂਗੇ, ਪੂਰੇ ਬਾਗ ਨੂੰ ਕੋਈ ਫਰਕ ਨਹੀਂ ਪੈਣਾ। ਪਰ ਫਰਕ ਕਿੱਥੇ ਆ? ਫਰਕ ਇਮਾਨਦਾਰੀ ਤੇ ਆ। ਫਰਕ ਇਮਾਨਦਾਰੀ ਤੇ ਆ। ਭਾਵ ਜੋ ਫੁੱਲ ਤੈਨੂੰ ਮਿਲਿਆ, ਜੋ ਭਾਵ ਫਲ ਤੈਨੂੰ ਮਾਲੀ ਨੇ ਦੇ ਦਿੱਤਾ ਨਾ, ਉਹ ਤੇ ਵਿਸ਼ਵਾਸ ਕਰ, ਉਹਦੇ ਸਬਰ ਤੇ ਰਹਿ, ਆਪਣੀ ਜ਼ਿੰਦਗੀ ਨੂੰ ਸਕੂਨ ਚ ਰੱਖ। ਪਰ ਜੀਵਨ ਕਿਹੋ ਜਿਹਾ ਬਣ ਗਿਆ? ਇੱਕ ਫੁੱਲ ਤੋੜ ਕੇ ਨਹੀਂ, ਹੋਰ ਫੁੱਲ ਤੋੜਨ ਦੀ ਭਾਵਨਾ ਬਣ ਗਈ। ਫਿਰ ਤਾਈਓ ਗੁਰੂ ਸਾਹਿਬ ਨੇ ਕਹਿਤਾ ਜਦੋਂ ਹੋਰ ਫੁੱਲ ਤੋੜਨ ਦੀ ਭਾਵਨਾ ਬਣ ਗਈ ਨਾ, ਤੀਜਾ ਗੁਰੂ ਨਾਨਕ ਤੀਜੇ ਪਾਤਸ਼ਾਹ ਜੀ ਕਹਿੰਦੇ ਪਰ ਬਗਾਨਾ, ਪਿਰ ਪਤੀ ਰਾਵਣ ਖੁਸ਼ ਕਰਨ ਜਾਏ, ਪਰ ਪਿਰ ਰਾਵਣ ਜਾਏ। ਹੁਣ ਸਤਿਗੁਰੂ ਪਾਤਸ਼ਾਹ ਨੇ ਕਿੱਡੀ ਵੱਡੀ ਗੱਲ ਕਹੀ ਆ। ਆਹ ਗੱਲ ਇਹ ਦੁਨੀਆ ਦੀਆਂ ਸੱਥਾਂ 'ਚ ਨਹੀਂ ਹੁੰਦੀਆਂ। ਕਈ ਵਾਰ ਗੱਲ ਕਹੀ ਜਾਂਦੀ ਹੈ, ਮੈਨੂੰ ਥੋੜਾ ਜਿਹਾ ਪਾਸੇ ਜਾਣਾ ਪਊ। ਸੱਥਾਂ ਦੇ ਵਿੱਚੋਂ ਆਪਾਂ ਸੁਣਦੇ ਆ ਨਾ, ਉਹ ਤੜਕੀ ਲੱਗ ਜਾਂਦੇ ਆ, ਗੁਰਦੁਆਰੇ ਵਾਲੇ ਦਿਨੇ ਵੀ ਲੱਗ ਜਾਂਦੇ ਨੇ। ਦੇਖੋ ਆਪਣੇ ਹੁਣ ਮਰਗਾਂ ਤੇ ਸਪੀਕਰ ਕਿੱਦਾਂ ਦੇ ਬੰਦੀ ਆ ਨਾ, ਕਿਉਂ ਬੰਦਾ? ਉਹ ਕਹਿੰਦੇ ਯਾਰ ਸਾਨੂੰ ਤਾਸ਼ ਤੂੰ ਖੇਡਦਾ ਨਾ, ਕਹਿੰਦੇ ਔਖਾ ਹੋ ਜਾਂਦਾ, ਫਿਰ ਕੰਨਾਂ 'ਚ ਗੱਲ ਵੱਜੀ ਜਾਂਦੀ, ਉਧਰ ਉਧਰ ਹੀ ਪਤਾ ਨਹੀਂ ਲੱਗਦਾ ਗਾ। ਕੋਈ ਗੱਲ ਚੱਲਦੀ ਹੈ ਨਾ ਉੱਥੇ, ਉਹਦਾ ਗੱਲ ਕਰਨ ਦਾ ਸੁਣਨ ਦਾ ਸਵਾਦ ਨਹੀਂ ਆਉਂਦਾ। ਇਹਨਾਂ ਨੂੰ ਬੰਦ ਕਰਕੇ ਰੱਖੋ, ਅੰਦਰ ਅੰਦਰ ਰੱਖੋ। ਜਿਹਨੇ ਆਉਣਾ ਇੱਥੇ ਹੀ ਆਜੂ, ਬਾਕੀ ਸੱਚ ਆ, ਜਿਹਨੇ ਆਉਣਾ ਇੱਥੇ ਆਜੂ, ਸਾਨੂੰ ਵੀ ਕੋਈ ਜ਼ਰੂਰਤ ਨਹੀਂ ਹੈ। ਪਰ ਜਿਹੜੀ ਗੱਲ ਇੱਥੇ ਆ, ਇੰਨੀ ਅਮੋਲਕ ਗੱਲ ਗੁਰੂ ਦੱਸਦਾ ਨਾ, ਇਹ ਸੱਥਾਂ 'ਚ ਨਹੀਂ ਹੁੰਦੀ, ਨਾ ਹੀ ਇਹ ਸਕੂਲਾਂ 'ਚ ਹੁੰਦੀ ਆ। ਸਕੂਲਾਂ ਦੇ ਟੀਚਰ ਵੀ ਹੋਣਗੇ, ਗੁਰੂ ਕਿਰਪਾ ਕਰੇ, ਸਕੂਲਾਂ ਦੇ ਵਿਦਿਆਰਥੀ ਵੀ ਹੋਣਗੇ, ਪਰ ਉੱਥੇ ਆ ਗੱਲਾਂ ਨਹੀਂ ਕੋਈ ਕੀਤੀਆਂ ਜਾਂਦੀਆਂ। ਹੁਣ ਮੈਂ ਦੁਬਾਰਾ ਫਿਰ ਪੰਕਤੀ ਨੂੰ ਕਾਵਿ ਰੂਪ ਦੇ ਵਿੱਚ ਹੀ ਦ੍ਰਿੜ ਕਰਵਾਵਾਂ। ਸੂਹੈ ਵੇਸ ਦੁਹਾਗਣੀ, ਪਰ ਪਿਰ ਰਾਵਣ ਜਾਏ। ਪਿਰ ਛੋੜਿਆ ਘਰ ਆਪਣੇ, ਮੋਹੀ ਦੂਜੇ ਭਾਏ। ਪਿਰ ਛੋੜਿਆ, ਪਤੀ ਛੱਡ ਦਿੱਤਾ, ਜਿਉਂਦੇ ਜੀ ਪਤੀ ਨੂੰ ਮਾਰ ਦਿੱਤਾ। ਪਿਰ ਛੋੜਿਆ ਘਰ ਆਪਣੇ, ਆਪਣੇ ਘਰ ਛੱਡ ਦਿੱਤਾ। ਸੋ ਵਾਹਿਗੁਰੂ ਭਲਾ ਕਰੇ। ਇੱਕ ਪਤੀ ਮਰ ਗਿਆ, ਸਰੀਰ ਛੱਡ ਗਿਆ। ਇੱਕ ਪਤੀ ਮਰ ਗਿਆ ਨਾ, ਭਾਵ ਕੀ ਹੈ? ਉਹਦੇ ਨਾਲ ਦੁਨੀਆ ਦਾ ਸਾਰਿਆਂ ਦਾ ਮਿਲਾਪ ਹੁੰਦਾ ਵੀ ਚਲੋ ਕੋਈ ਗੱਲ ਨਹੀਂ, ਤਰਸ ਖਾਂਦਾ ਉੱਤੇ, ਉਹਦੀ ਲੋੜ ਪੂਰੀ ਕੀਤੀ ਜਾਂਦੀ ਆ, ਉਹਦੇ ਬੱਚਿਆਂ ਦੀ ਸੰਭਾਲ ਕੀਤੀ ਜਾਂਦੀ ਆ। ਪਰ ਇੱਕ ਜਿਉਂਦੇ ਜੀ ਖਤਮ ਕਰਨਾ। ਫਿਰ ਇੱਥੇ ਗੁਰੂ ਸਾਹਿਬ ਨੇ ਦੱਸ ਦਿੱਤਾ ਹੋਇਆ ਕੀ ਆ ਸਾਡੀ ਜੀਵ ਆਤਮਾ ਨਾ ਰੱਬ ਰੂਪੀ ਗੁਰੂ ਰੂਪੀ ਪਤੀ ਨੂੰ ਛੱਡ ਕੇ, ਹੁਣ ਕਿਹੜੇ ਪਤੀ ਦੀ ਗੱਲ ਆ? ਇਹਨੂੰ ਛੱਡ ਕੇ ਦੁਨਿਆਵੀ ਅੰਧ ਵਿਸ਼ਵਾਸ ਦੇ ਵਿੱਚ ਇੰਨਾ ਕੁ ਫਸ ਗਈ, ਇਹਨੂੰ ਕਮਲੀ ਨੂੰ ਪਤਾ ਨਹੀਂ ਲੱਗਿਆ ਮੈਂ ਆਪਣੇ ਮਾਲਕ ਨੂੰ ਛੱਡ ਕੇ ਕਿੱਥੇ ਜਾ ਰਹੀ ਹਾਂ। ਆਪਣੇ ਮਾਲਕ ਨੂੰ ਛੱਡ ਕਿੱਧਰ ਜਾ ਰਹੀ? ਪਿਰ ਪਤੀ ਛੋੜਿਆ, ਕਿੱਥੇ ਛੱਡ ਦਿੱਤਾ? ਘਰ ਆਪਣੇ। ਸਾਡਾ ਪਤੀ ਸਾਡੇ ਅੰਦਰ ਹੀ ਸੀ, ਪਰ ਉਹਨੂੰ ਛੱਡ ਦਿੱਤਾ। ਛੱਡ ਕੇ ਚਲੇ ਕਿੱਥੇ ਗਏ? ਮੋਹੀ ਦੂਜੇ ਦੇ ਮੋਹ ਵਿੱਚ, ਮੋਹੀ ਦੂਜੇ ਭਾਏ, ਉਹਦੇ ਵਿੱਚ ਚਿੱਤ ਲਾ ਲਿਆ। ਹੁਣ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਜੋ ਜੀਵ ਇਸਤਰੀ, ਹੁਣ ਗੱਲ ਸਾਡੇ ਤੇ ਇੱਥੇ ਪਹੁੰਚ ਗਈ। ਗੁਰੂ ਵੱਲੋਂ ਬਖਸ਼ਿਸ਼ ਕੀਤੀ ਹੋਈ, ਭਾਵ ਸਾਨੂੰ ਸੰਤੋਖ ਦੀ ਦਾਤ, ਉਹਨੂੰ ਆਪਣੇ ਹੱਥਾਂ ਦੇ ਵਿੱਚੋਂ ਪਾਸੇ ਕੱਢ ਦਿੱਤਾ। ਸੰਤੋਖ ਪਾਸੇ ਚਲਾ ਗਿਆ, ਸਬਰ ਪਾਸੇ ਚਲਾ ਗਿਆ, ਤੇ ਨਾਲ ਕੀ ਜੁੜ ਗਿਆ? ਬੇਸਬਰਾ। ਬੇਸਬਰਾਪਣ ਜੁੜ ਗਿਆ ਨਾ। ਬੇਸਬਰੇਪਣ ਦੇ ਵਿੱਚ ਆ ਜੀਵ ਇਸਤਰੀ ਅੰਦਰੋਂ ਨਿਕਲ ਜਾਂਦੀ ਹੈ। ਜਿਹਨੂੰ ਆਪਾਂ ਕਹਿੰਦੇ ਸਾਡਾ ਮਨ ਐ ਕਹਿੰਦਾ, ਸਾਡਾ ਮਨ ਐ ਕਹਿੰਦਾ, ਉਹ ਅੰਦਰੋਂ ਨਿਕਲ ਗਈ। ਉਹ ਹੁਣ ਵਿਚਾਰੀ ਬਾਜ਼ਾਰ 'ਚ ਭਾਗੀ, ਉਹ ਪਿੰਡਾਂ ਦੀਆਂ ਗਲੀਆਂ 'ਚ, ਸ਼ਹਿਰਾਂ ਦੀਆਂ ਗਲੀਆਂ ਵਿੱਚ ਗੇੜੇ ਖਾਣ ਲੱਗ ਗਈ। ਭਾਵ ਕੀ ਆ? ਆਪਣੇ ਸੋਹਣੇ ਪਦਾਰਥਾਂ ਨੂੰ, ਕੱਚੇ ਕੁਸੰਬੇ ਵਰਗੇ ਕੱਚੇ ਰੰਗ ਨੂੰ ਉਹਨੇ ਆਪਣਾ ਬਣਾ ਲਿਆ, ਪਰ ਉਹ ਕੱਚਾ ਰੰਗ ਸਾਡਾ ਆਪਣਾ ਨਹੀਂ ਹੈ। ਉਹ ਮਤਲਬ ਹੋਰ ਅਨੇਕਾਂ ਭੋਗ ਭੋਗਣ ਲੱਗ ਗਈ, ਅਨੇਕਾਂ ਭੋਗ ਭੋਗਣੇ ਸ਼ੁਰੂ ਕਰ ਦਿੱਤੇ, ਰਸ ਮਾਨਣੇ ਸ਼ੁਰੂ ਕਰ ਦਿੱਤੇ।
चलो जो मैं गल लफ्ज बोलांगा दुनिया विच बोलांगे बुरी लगती है, पर गुरु ने शरेआम बोली है। रस कुरस चस्के उन्हां दे विच साडी जीव आत्मा जुड़ गई होना। ते चेता रखियो इस गल दी इनकुआरी वाहिगुरू भला करे, जो गुरु पातशाह जी दे नज़दीक आ ना उत्थों शुरू कर लो, जो शरीर करके शब्द दे नेड़े आ। इशारा चाहे ग्रंथी रागी ढाडी प्रचारक, शुरू तो मुੱਢ ਤੋਂ ही करनी है ना। उथों शुरू करके जो आप पछां नूं परतांगे शायद 100 मंगर 1 ਤੋਂ 5 तक मैं बहुत ज्यादा कह दिते, इदों वध कोई निकलूगा नहीं। हुण गुरु की कहंदा, गुरु दे नाल जुड़िया नहीं वेखना, गुरु दे नाल रचिया मिचिया वेखना। जिहड़ा गुरु विच रचिया मिचिया ना वो संतोखी जीवन वाला होवेगा, ते नहीं साडी जीव आत्मा आ शरीर विचों निकल के ना ये दिने टिकदी आ ना ये रात नूं टिकदी आ। अनेकां भाई रसां कुरसां दे विच लग चुकी आ, कच्चे रंग नाल जुड़ चुकी आ। कच्चे रंग नूं इहने मानता दे दित्ती, कच्च पिल ओहनूं मानता दे दित्ती। पर जदों साडा जीवन कच्च नाल जुड़न करके कच्चे नूं मानता दे बैठा, फिर अगला जिहड़ा गुरु पातशाह ने नाम दस्सिया सी ना दुहागणा वाला, वो नाल जुड़ जूगा। हुण आपां दुहागणा नहीं बनना, बस हर एक दे अंदर दी भावना मैं सियाणा बनना, मैं इज्जत वाला बनना, हर एक दे भावना अंदर दी हुंदी आ। इज्जत वाला बनना ते फिर गुरु दसदा, ते गुरु नूं आके आपां जरूर पुछीए। ते इज्जत वाला बन दी प्रेरणा हुण गुरु साहब अगले पॉइंट विच दसदे ने, मिठा करके खाया। हुण कोई भी भोग भोगिया, भोग भोगण तो रस दे विच फस गए, उहनूं मानना शुरू कर दिता, स्वाद लेना शुरू कर दिता। वो शरीर नाल संबंधित कोई भी चीज़ आ, बस इत्थे कली कली चीज़ का नाम नहीं, शरीर नाल संबंधित कोई भी रस कुरस है जिहड़ा मतलब असीं उहनूं भोगना शुरू करता। एक आ साडी लोड़, वो गुरु साहब ने सानूं बख्शिश कर दित्ती। वो तो पहली सब तो पहला सानूं दुध की लोड़ सी, गुरु साहब ने आप ही भाव साडे आउण तो पहला तैयार कर दिता। कोई गल नहीं, तेरी जाण तो पहला मैं प्रबंध कर दूं। साम संभालण वास्ते हत्थां दी लोड़ सी ना, साडे हत्थ उदों काम नहीं सी करदे, मां दे हत्थ सानूं दे दित्ते भी कोई ना मां दे रूप च ना मैं आप ही आके तेरी सेवा कर जूं, कोई गल नहीं, जिन्ना टाइम तू न्याणा होवेगा। देखो सोच के भी जो साडी शरीरक किरिया दी लोड़ सी वो गुरु साहब ने मां दे रूप च पहलां भेज दित्ती, असीं बाद च आए आ। पर सतगुरु पातशाह जी इत्थे कहंदे ने उस तो बाद जिहड़े रस ने कुरस ने वो शुरू हो जाते ने। पर उन्हां दे मगर बंदा भजदा कदों आ, क्योंकि बंदे अंदर तमन्ना भी आ भी मैं खा ला, कल भी आपां सुणिया सी ना, ओ भी मैं खा ला, गुरु साहब ने वरजिया। हुण बच्चा मां दे रूप च रब नाल आगा, ते बच्चे दी भावना मैं अंगियार चकणे आ। भाई गुरदास जी कहंदे मां चक्कण नहीं दिंदी, बच्चे ने सीसी चक ली, कहंदा मां मैं तां आ दवाई ना जिहड़ी तूं पीनी आ ये पीनी आ, बच्चे लई जहर आ, मां लई दवाई आ। घर विच होर जहर दी सीसी पई आ, अति वड्डी जहर आ ना, ते मां नूं कहंदा मैं तां पीनी आ, बच्चे नूं मां कदे नहीं पीणीगी। हुण मां रब दा रूप, रब वो भी यही गल कहंदा, गुरु साडा भी कहंदा ना मिठा करके खाया। किन्ने दुनिया दे विच रस ने चंदरिया, तू सारिआं नूं इन्ना अपने नेड़े ला बैठा। ये सी तां बहुत मिठे, सी तां स्वाद, पर स्वाद इन्हां दा कित्थों तक सी, तेरी स्किन तक सी। स्किन मीनज आ चाहे शरीर आ बाहरी तौर ते चाहे अखां ने, चाहे काना, चाहे जीवा। स्वाद दसण दा साडा शरीर दा कोई ना कोई वो गुरु परमात्मा ने हिस्सा बना दिता स्वाद रस दसण वास्ते। वो रस आ जिहड़ा भावें साडा बाहरी तौर ते शरीर आ, भावें अखां भी रसां को रसां च लगियां होईयां ना, वेखणा गंदे नावल वेखणे, गंदियां पिक्चरां वेखणियां, गंदियां तस्वीरां वेखणियां, अखां नूं रस आगा। जिन्हां नूं ये आदत छड्ड के दिखाओ, सब दे मोबाइल फोन फरोलो, पता लग जू किहड़ा किन्नी क हवा दे विच हैगा, किन्नी क ताकत विच आ। सो वाहिगुरू भला करे। जिथे आपां सारे कहना मोबाइल फोन बहुत माड़ा, मैं कदे कदे सोचदा हुन्ना ये चंगा भी बहुत आ। चंगा किवें आ, जिहदी इंटरव्यू करनी है ना उहनूं पुछण दी लोड़ नहीं कि लौ खोल के 2 मिंटां वास्ते मैनूं फड़ा दे। ये बेचारा सच बोल पैंदा भी ये इहो जिहा बंदा हैगा। मोबाइल फोन ना सच बोलदा हैगा, ताइयों की हुंदा अगला इन्हां नूं पार्टनर लॉक ला के रखदा हैगा भी कोई खोल ना लवे ते मेरे बारे कोई जान ना लवे।
ਅੱਜ ਦੇ ਸਮੇਂ ਮੁਤਾਬਕ। ਫਿਰ ਗੁਰੂ ਤਾਂ ਸਭ ਤੋਂ ਵੱਡਾ ਮੋਬਾਈਲ ਫੋਨ ਹੀ ਆ, ਉਹ ਤਾਂ ਆਪਾਂ ਨੂੰ ਪਤਾ ਸਾਡੀ ਲੀਰਾਂ ਦੀ ਗੇਂਦ ਖੋਲ ਹੀ ਦਿੰਦਾ, ਅੱਜ ਨਹੀਂ ਕੱਲ, ਕੱਲ ਨਹੀਂ ਪਰਸੋਂ। ਸੋ ਸਤਿਗੁਰੂ ਪਾਤਸ਼ਾਹ ਇੱਥੇ ਕਹਿੰਦੇ ਨੇ ਸਾਡੇ ਸਰੀਰ ਨਾਲ ਅਨੇਕਾਂ ਰਸਾਂ ਦਾ ਵਾਹ ਵਾਸਤਾ ਪਿਆ ਪਿਆ, ਬੜਿਆਂ ਦਾ ਪਿਆ ਪਿਆ, ਪਰ ਕਦੇ ਚੇਤਾ ਰੱਖਿਓ ਇਹ ਮੁਨਕਰ ਨਹੀਂ ਹੁੰਦਾ, ਪਾਸਾ ਨਹੀਂ ਵੱਟਦਾ। ਇਹ ਕਹਿੰਦਾ ਹੋਰ ਹੋਰ ਹੋਰ। ਉਹ ਕਿੱਥੇ ਲਿਖਿਆ ਗਾ? ਇੱਥੇ ਲਿਖਤਾ ਮਿੱਠਾ ਕਰਕੇ ਖਾਇਆ। ਮਿੱਠਾ ਕਰਕੇ ਖਾਣ ਤੋਂ ਭਾਵ ਇਹਨੂੰ ਸਵਾਦ ਲੱਗਿਆ, ਕਹਿੰਦਾ ਹੋਰ ਚੱਲ ਗਾਹਾਂ, ਹੋਰ ਚੱਲ ਗਾਹਾਂ, ਹੋਰ ਚੱਲ। ਮਿਲਿਆ ਕੀ? ਉਹ ਮਿੱਠਾ ਤਾਂ ਕੱਲਾ ਜੀਭ ਨੂੰ ਲੱਗ ਰਿਹਾ, ਮਿੱਠਾ ਤਾਂ ਕੱਲਾ ਤਨ ਨੂੰ ਲੱਗ ਰਿਹਾ, ਅੱਖਾਂ ਨੂੰ ਲੱਗ ਰਿਹਾ, ਕੰਨਾਂ ਨੂੰ ਲੱਗ ਰਿਹਾ। ਮਿੱਠਾ ਮਿੱਠਾ ਕਰਕੇ ਖਾਇਆ। ਅੱਗੇ ਪਾਤਸ਼ਾਹ ਜੀ ਕਹਿੰਦੇ ਨੇ ਬੌਸਾਦੋ ਵਧਿਆ ਰੋਗ। ਉਸ ਤੋਂ ਬਾਅਦ ਕੀ ਵੱਧ ਜਾਊਗਾ? ਰੋਗ ਹੀ ਨੇ। ਸਿਆਣਾ ਬੰਦਾ ਕਹਿੰਦਾ ਭੋਜਨ ਪਾਣੀ ਹਿਸਾਬ ਨਾਲ ਖਾਓ ਤੇ ਜ਼ਿਆਦਾ ਖਾਵਾਂਗੇ ਰੋਗੀ ਹੋਵਾਂਗੇ। ਉਹ ਤਾਂ ਆਪਾਂ ਸਾਰੀ ਕਹਿੰਦੇ ਆ ਨਾ, ਗੁਰੂ ਸਾਹਿਬ ਨੇ 500 550 ਸਾਲ ਪਹਿਲਾਂ ਕਹਿ ਦਿੱਤੀ ਇਹ ਗੱਲ। ਮਿੱਠਾ ਮਿੱਠਾ ਕਰਕੇ ਨਾ ਸਵਾਦ, ਮਿੱਠਾ ਮੀਨਜ਼ ਸਵਾਦ। ਕਿਸੇ ਨੂੰ ਕਿਹੋ ਜਿਹਾ ਸਵਾਦ ਚੰਗਾ ਲੱਗਦਾ, ਕਿਸੇ ਨੂੰ ਕਿਹੋ ਜਿਹਾ ਸਵਾਦ ਚੰਗਾ ਲੱਗਦਾ। ਮਿੱਠਾ ਕਰਕੇ ਖਾਇਆ, ਸਵਾਦ ਮੰਨ ਕੇ ਖਾਧਾ ਤੇ ਪੈਦਾ ਕੀ ਕੀਤਾ? ਤਾਕਤ ਪੈਦਾ ਹੋਣ ਦੀ ਬਜਾਏ ਸਰੀਰ ਵਿੱਚ ਰੋਗ ਪੈਦਾ ਹੋ ਗਏ। ਉਹ ਰੋਗ ਕਿਹੜੇ ਸੀ? ਉਹ ਰੋਗ ਸਾਡੀ ਮਾੜੀ ਸੋਚ, ਮਾੜੇ ਵਿਚਾਰ, ਮਾੜੇ ਖਿਆਲ, ਮਾੜੀ ਭਾਵਨਾ, ਮਾੜੇ ਕੰਮ ਕਰਨੇ, ਮਾੜਿਆਂ ਨੂੰ ਤਰਜੀਹ ਦੇਣੀ, ਮਾੜਿਆਂ ਦੀ ਹੈਲਪ ਕਰਨੀ, ਮਾੜਿਆਂ ਨਾਲ ਤੁਰਨਾ, ਇਹ ਰੋਗ ਵੱਧ ਗਏ। ਆਹ ਰੋਗ ਨਾ ਅਨੇਕਾਂ ਹੀ ਆ ਸਭ ਦੇ ਅੰਦਰ, ਇੱਕ ਨਹੀਂ ਅਨੇਕਾਂ। ਫਿਰ ਉੱਥੇ ਬੰਦਾ ਪਹਿਲਾ ਮਾੜੇ ਕੰਮ ਕਰਨ ਵਾਲੇ ਨੂੰ ਦਿੰਦਾ ਹੈਗਾ। ਆਪਾਂ ਨੂੰ ਪਤਾ ਨਾ ਸਾਡੀ ਇਸੇ ਧਰਤੀ ਤੇ ਇਹ ਨਹੀਂ ਹੈ ਵੀ ਇਨਸਾਫ ਆਪਣਾ ਕੰਮ ਨਹੀਂ ਕਰਦਾ, ਇਨਸਾਫ ਆਪਣਾ ਕੰਮ ਕਰਦਾ ਹੈ। ਪਰ ਸਾਡੇ ਸਮਾਜ ਦੇ ਵਿੱਚ ਨਾ ਇਨਸਾਫ ਦੇ ਜਿਹੜੇ ਪੂੰਜੀਪਤੀ ਆ ਨਾ, ਜਿਨ੍ਹਾਂ ਨੇ ਆਪਣੇ ਕੋਲੇ ਸਾਂਭ ਲਿਆ ਕਾਨੂੰਨ, ਤੇ ਚੇਤਾ ਰੱਖੋ ਉਹਨਾਂ ਨੇ ਕਾਨੂੰਨ ਸਾਡੇ ਲਈ ਬਣਾਏ ਨੇ, ਆਪਣੇ ਲਈ ਨਹੀਂ। ਮਤਲਬ ਮੈਲੇ ਜੀਵਨ ਵਾਲਿਆਂ ਦੇ ਜਿਹੜੇ ਤਨ ਰੋਗੀ ਸੀ ਨਾ, ਮਨ ਰੋਗੀ ਸੀ, ਉਹਨਾਂ ਦੇ ਹੱਥ ਵਿੱਚ ਇਨਸਾਫ ਕਾਨੂੰਨ ਪਹੁੰਚ ਗਿਆ। ਤੇ ਇਸੇ ਕਰਕੇ ਅਮੀਰ ਵਿਅਕਤੀ ਇਨਸਾਫ ਖਰੀਦ ਲੈਂਦੇ ਨੇ, ਇਨਸਾਫ ਦੇਣ ਵਾਲੇ ਜੱਜਾਂ ਨੂੰ ਖਰੀਦ ਲੈਂਦੇ ਨੇ, ਤੇ ਗਰੀਬ ਰਹਿ ਜਾਂਦੇ ਨੇ। ਪੂੰਜੀਪਤੀ ਜਿੱਤ ਜਾਂਦੇ ਨੇ ਤੇ ਗਰੀਬ ਰਹਿ ਜਾਂਦੇ ਨੇ। ਕਹਿਣ ਤੋਂ ਭਾਵ ਸਾਡੀ ਸੰਸਾਰ ਦੀ ਵਾਂਗ ਡੋਰ ਮੈਲਿਆਂ ਦੇ ਹੱਥ ਚ ਆਈ ਪਈ ਆ। ਕਹਿੰਦੇ ਨਾ ਇੱਕ ਦਿਨ ਬਾਬਾ ਫਰੀਦ ਸਾਹਿਬ ਰੱਬ ਨਾਲ ਗੱਲਾਂ ਕਰਨ ਲੱਗ ਗਏ। ਰੱਬ ਨੂੰ ਬਾਬਾ ਫਰੀਦ ਸਾਹਿਬ ਕਹਿੰਦੇ, ਰੱਬਾ ਮੈਨੂੰ ਨਾ ਇੱਕ ਗੱਲ ਦੀ ਬੜੀ ਫਿਕਰ ਆ, ਮੈਨੂੰ ਇੱਕ ਗੱਲ ਦੀ ਬੜੀ ਫਿਕਰ ਆ। ਮੈਂ ਦਾਨੇ ਪੁਰਖਾਂ ਤੋਂ, ਮੈਂ ਆਪਣੀ ਮਾਂ ਤੋਂ ਬੜੇ ਵਾਰੀ ਸੁਣਿਆ ਸੀ ਰੱਬ ਦੀ ਭਗਤੀ ਕਰਿਆ ਕਰ, ਰੱਬ ਦੀ ਸੇਵਾ ਕਰਿਆ ਕਰ। ਕਹਿੰਦਾ ਮੇਰੀ ਮਾਂ ਮੈਨੂੰ ਰੱਬ ਵਾਲੇ ਪਾਸੇ ਤੋਰ ਤਾਂ ਗਈ, ਪਰ ਨਾ ਉਹ ਵਿਚਾਰੀ ਦੱਸ ਕੇ ਨਹੀਂ ਗਈ ਵੀ ਰੱਬ ਦੀ ਸੇਵਾ ਕਰਨੀ ਕਿਵੇਂ ਆ। ਤੇ ਮੈਂ ਤੈਨੂੰ ਹੀ ਪੁੱਛਦਾ ਸਿੱਧਾ, ਮੈਨੂੰ ਮੇਰੀ ਮਾਂ ਤੋਂ ਵੱਡਾ ਤਾਂ ਟੀਚਰ ਕੋਈ ਮਿਲਿਆ ਨਹੀਂ। ਉਹਨੇ ਮੈਨੂੰ ਬੜੀ ਹਿੰਮਤ ਨਾਲ, ਬੜੀ ਜੁਰਤ ਦੇ ਨਾਲ, ਬੜੀ ਤਾਕਤ ਦੇ ਨਾਲ ਰੱਬ ਵਾਲੇ ਪਾਸੇ ਰਾਹ ਤੇ ਤੋਰ ਤਾਂ ਦਿੱਤਾ, ਪਰ ਤੇਰੀ ਸੇਵਾ ਬਾਰੇ ਦੱਸਦੀ ਰਹੀ, ਰੱਬ ਦੀ ਸੇਵਾ ਕਰੀ, ਪਰ ਕਹਿੰਦਾ ਮੈਨੂੰ ਅੱਜ ਤੱਕ ਅਕਲ ਨਹੀਂ ਆਈ। ਦੇਖੋ ਇੱਕ ਬਾਬਾ ਫਰੀਦ ਸਾਹਿਬ ਕੀ ਕਹਿੰਦਾ, ਮੈਨੂੰ ਅੱਜ ਤੱਕ ਇਹ ਅਕਲ ਨਹੀਂ ਆਈ ਵੀ ਤੇਰੀ ਸੇਵਾ ਕਿਵੇਂ ਕਰਾਂ। ਹੁਣ ਤੂੰ ਹੀ ਦੱਸ ਦੇ ਮੈਨੂੰ। ਰੱਬ ਨਾਲ ਫਰੀਦ ਸਾਹਿਬ ਗੱਲ ਕਰਦੇ ਨੇ। ਕਹਿੰਦੇ ਅੱਗੇ ਰੱਬ ਬੋਲ ਪਿਆ, ਅੱਗੇ ਰੱਬ ਬੋਲ ਪਿਆ, ਪੁੱਤ ਤੂੰ ਸੇਵਾ ਕਰਨੀ ਚਾਹੁੰਨਾ? ਬਾਬਾ ਫਰੀਦ ਸਾਹਿਬ ਜੀ ਕਹਿੰਦੇ ਮੈਂ ਸਿਰ ਹਿਲਾ ਦਿੱਤਾ ਵੀ ਹਾਂ ਮੈਂ ਸੇਵਾ ਕਰਨੀ ਚਾਹੁੰਨਾ, ਮੇਰੇ ਅੰਦਰ ਤਮੰਨਾ ਭਾਵਨਾ। ਜੇ ਤੂੰ ਮੇਰੀ ਸੇਵਾ ਕਰਨੀ ਚਾਹੁੰਨਾ ਨਾ, ਜੇ ਤੂੰ ਸਾਰੀ ਉਮਰ ਚਾਹੇ, ਤੂੰ ਮੈਨੂੰ ਕਦੇ ਵੀ ਬਾਹਰੀ ਤੌਰ ਤੇ ਸੇਵਾ ਕਰਨ ਦੇ ਲਈ ਦੇਖ ਨਹੀਂ ਸਕੇਗਾ ਵੀ ਮੈਂ ਕਿਵੇਂ ਸੇਵਾ ਕਰਨੀ ਆ। ਸਾਡੀ ਕੀ ਭਾਵਨਾ, ਗੁਰੂ ਅੱਗੇ ਆਏ, ਨਮਸਕਾਰ ਕੀਤੀ, ਮੱਥਾ ਟੇਕਿਆ, ਜੋ ਵੀ ਹੋਇਆ ਕਿਰਿਆ ਕਰਮ ਕੀਤਾ, 2 4 5 7 20 ਰੁਪਏ ਦਸਵੰਧ ਵੀ ਕੱਢ ਦਿੱਤਾ ਰੋਜ਼ ਦਾ, ਤੇ ਸਾਨੂੰ ਕੀ ਪਤਾ ਲੱਗਿਆ ਵੀ ਅਸੀਂ ਰੱਬ ਦੀ ਸੇਵਾ ਕਰ ਲਈ। ਹੁਣ ਜਿਹੜੀ ਗੱਲ ਇੱਥੇ ਭਗਤ ਫਰੀਦ ਸਾਹਿਬ ਜੀ ਕਹਿੰਦੇ ਮੈਨੂੰ ਰੱਬ ਨੇ ਦੱਸੀ ਆ ਨਾ, ਉਹ ਇੱਕ ਅਲੱਗ ਆ। ਉਹ ਅਲੱਗ ਕਿਹੜੀ ਆ? ਰੱਬ ਕਹਿੰਦਾ ਮੇਰੀ ਸੇਵਾ ਕਰਨੀ ਆ ਤਾਂ ਤੈਨੂੰ ਆਪਣਾ ਆਪ ਸਵਾਰਨਾ ਪਵੇਗਾ। ਫਰੀਦ ਸਾਹਿਬ ਭਾਵੇਂ ਤੂੰ ਨਵਾਜ਼ਾਂ ਪੜ੍ਹਦਾ ਪੁੱਤ, ਭਾਵੇਂ ਤੂੰ ਕੁਰਾਨ ਮਜੀਦ ਦਾ ਪਾਠ ਕਰਦਾ, ਭਾਵੇਂ ਤੂੰ ਬੰਦਗੀ ਕਰਦਾ, ਕੋਈ ਸ਼ੱਕ ਨਹੀਂ ਇਹਦੇ ਵਿੱਚ, ਭਾਵੇਂ ਤੂੰ ਮਨੁੱਖਤਾ ਦੀ ਸੇਵਾ ਕਰਦਾ, ਪਰ ਪੁੱਤ ਮੈਂ ਤੈਨੂੰ ਮੇਰੀ ਸੇਵਾ ਕਰਨ ਤੋਂ ਪਹਿਲਾਂ ਨਾ ਇੱਕ ਸਵਾਲ ਪੁੱਛਣਾ ਚਾਹੁੰਦਾ। ਤੂੰ ਆਪਣੇ ਹੱਥਾਂ ਵੱਲ ਨਿਗਾਹ ਮਾਰ, ਤੇਰੇ ਹੱਥਾਂ ਵਿੱਚ ਚਿੱਕੜ ਤਾਂ ਨਹੀਂ ਹੈ?
ਤੇਰੇ ਹੱਥਾਂ ਵਿੱਚ ਰੇਤਾ ਰਾਵਾ ਮੈਲ ਤਾਂ ਨਹੀਂ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਦੋਂ ਮੈਂ ਸੱਚੀ ਨਾ ਆਪਣੇ ਹੱਥਾਂ ਵੱਲ ਨਿਗਾਹ ਮਾਰੀ, ਮੇਰੇ ਹੱਥ ਤਾਂ ਘੱਟੇ ਨਾਲ ਲਿਬੜੇ ਪਏ ਸੀ, ਮੇਰੇ ਹੱਥ ਮੈਲ ਨਾਲ ਚਿੱਕੜ ਨਾਲ ਲਿਬੜੇ ਪਏ ਸੀ। ਅੱਛਾ, ਜਦੋਂ ਕੋਈ ਬੰਦਾ ਆਪਾਂ ਨੂੰ ਆਪਣੇ ਹੱਥਾਂ ਦਾ, ਆਪਣੇ ਤਨ ਦਾ ਦਾਗ ਦਿਖਾ ਦੇ, ਫਿਰ ਸਾਨੂੰ ਪਤਾ ਲੱਗ ਜਾਂਦਾ। ਵੈਸੇ ਸਾਨੂੰ ਪਤਾ ਨਹੀਂ ਲੱਗਦਾ ਵੀ ਮੇਰੇ ਤਨ ਤੇ ਕੀ ਦਾਗ ਲੱਗਿਆ ਹੈਗਾ, ਮੇਰੇ ਮੁਖ ਤੇ, ਮੇਰੇ ਤਨ ਤੇ, ਜੋ ਮੇਰਾ ਹਿੱਸਾ ਮੈਨੂੰ ਦੀਂਦਾ ਨਹੀਂ ਨਾ, ਮੈਨੂੰ ਨਹੀਂ ਪਤਾ ਲੱਗਦਾ। ਤੁਹਾਨੂੰ ਦੀਂਦਾ, ਤੁਸੀਂ ਦੱਸ ਦਿੱਤਾ। ਕਹਿੰਦਾ ਮੈਨੂੰ ਰੱਬ ਬੋਲ ਕੇ ਕਹਿੰਦਾ ਵੀ ਆਪਣੇ ਹੱਥਾਂ ਵਿੱਚ ਚਿੱਕੜ ਚੱਕੀ ਫਿਰਦਾ ਪੁੱਤ, ਕਿਸੇ ਦਾ ਘੱਟਾ ਲਾਉਣਾ ਹੋਵੇ ਨਾ, ਪਹਿਲਾਂ ਆਪਣੇ ਹੱਥ ਸਾਫ਼ ਕਰਨੇ ਜ਼ਰੂਰੀ ਨੇ। ਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਦੋਂ ਮੈਨੂੰ ਇਦਾਂ ਕਿਹਾ ਨਾ, ਕਹਿੰਦਾ ਫਿਰ ਮੈਂ ਬੋਲ ਪਿਆ। ਮੈਂ ਕਿਹਾ ਵੀ ਚਲੋ ਠੀਕ ਹੈ, ਗੱਲ ਮੈਂ ਮੰਨਦਾ ਵੀ ਤੁਹਾਡੀ ਸੇਵਾ ਮੈਂ ਆਪਣੇ ਪਵਿੱਤਰ ਹੱਥ ਕਰਕੇ ਕਰਾਂਗਾ, ਮੈਂ ਆਪਣੇ ਹੱਥ ਸਾਫ਼ ਕਰ ਲੈਣਾ, ਝਾੜ ਲੈਣਾਗਾ, ਧੋ ਲੈਣਾ ਇਹਨਾਂ ਨੂੰ, ਕੀ ਉਸ ਤੋਂ ਬਾਅਦ ਤੁਹਾਡੀ ਮੈਂ ਸੇਵਾ ਕਰ ਸਕਦਾ ਤੇ ਮੇਰੀ ਸੇਵਾ ਮਨਜ਼ੂਰ ਹੋ ਜੂ? ਕਹਿੰਦਾ ਰੱਬ ਨੇ ਫਿਰ ਵੀ ਸਿਰ ਹਿਲਾਤਾ, ਕਹਿੰਦਾ ਨਾ। ਕਹਿੰਦਾ ਮੈਂ ਫਿਰ ਹੈਰਾਨ ਵੀ ਮੈਂ ਮੱਥਾ ਮਾਰਿਆ, ਆਪਣੇ ਹੱਥ ਸਾਫ਼ ਕੀਤੇ, ਧੋਲੇ, ਤੇ ਉਸ ਤੋਂ ਬਾਅਦ ਮੈਂ ਤੇਰੀ ਸੇਵਾ ਵਿੱਚ ਲੱਗ ਸਕਦਾ, ਪ੍ਰਵਾਨਗੀ ਮਿਲ ਸਕਦੀ ਆ? ਰੱਬ ਜੀ ਕਹਿੰਦੇ ਨਾ, ਫਿਰ ਵੀ ਨਹੀਂ ਮਿਲਣੀ। ਕਹਿੰਦਾ ਫਿਰ ਮੈਂ ਕਿਹਾ ਵੀ ਕਿਵੇਂ ਮਿਲੂ, ਫਿਰ ਦੱਸ ਅੱਗੇ ਤਰੀਕਾ। ਕਹਿੰਦਾ ਰੱਬ ਫਿਰ ਹੱਸ ਕੇ ਬੋਲ ਪਿਆ, ਕਹਿੰਦਾ ਮੇਰੀ ਸੇਵਾ ਨਾ ਤੂੰ ਆਪਣੇ ਹੱਥ ਸਾਫ਼ ਕਰ ਲੈ, ਇਹੀ ਮੇਰੀ ਸੇਵਾ, ਬਸ। ਮੈਨੂੰ ਤੂੰ ਲੱਭ ਨਹੀਂ ਸਕੇਗਾ, ਮੈਨੂੰ ਤੂੰ ਸਾਹਮਣੇ ਨਾ ਸਨਮੁਖ, ਜਿਵੇਂ ਲੋਕ ਪੱਥਰਾਂ ਦੀ ਧੋਂਦੇ ਨੇ, ਦੁੱਧ ਨਾਲ ਧੋਂਦੇ ਆ ਨਾ, ਜਿਵੇਂ ਸਾਡਾ ਬਹੁਤ ਸਿਆਣਾ ਇੱਕ ਗਾਇਕ ਆ ਵਿਚਾਰਾ ਰਣਜੀਤ ਬਾਬਾ, ਚਲੋ ਜੋ ਉਹਨਾਂ ਨੇ ਪਹਿਲਾਂ ਕੁਝ ਗਾਇਆ ਆਪਾਂ ਉਹਦੇ ਬਾਰੇ ਨਹੀਂ, ਜੋ ਉਹਦੀ ਚੰਗਿਆਈ ਆਪਾਂ ਚੰਗਿਆਈ ਵੇਖਣੀ, ਹੱਥ ਸਾਫ਼ ਵੇਖਣੇ ਆਪਾਂ। ਉਹਨੇ ਦੱਸਿਆ ਨਾ, ਕਹਿੰਦਾ ਵੀ ਮੰਦਰਾਂ ਦੇ ਵਿੱਚ ਕਿੰਨਾ ਦੁੱਧ ਡੋਲਿਆ ਜਾਂਦਾ ਹੈਗਾ, ਉਹ ਚਾਹੇ ਮੰਦਰ ਕਿਸੇ ਵੀ ਧਰਮ ਮਜ਼ਹਬ ਨਸਲ ਨਾਲ ਸੰਬੰਧ ਰੱਖਦਾ, ਕਿਸੇ ਵੀ ਨਾਲ, ਬਸ ਗੱਲ ਖਤਮ। ਕਿੰਨਾ ਦੁੱਧ ਡੋਲਦਾ, ਕੁਆਟਲਾਂ ਦੇ ਕੁਆਟਲ, ਨਾਲੀਆਂ ਦੇ ਵਿੱਚ ਸੀਵਰੇਜ ਦੇ ਭਾਵ ਗੰਦੇ ਨਾਲਿਆਂ ਵਿੱਚ ਨਾ ਉਹ ਦੁੱਧ ਜਾ ਕੇ ਮਿਲਦਾ। ਤੇ ਵਿੱਚ ਗਰੀਬ ਲੋਕ ਉਹ ਨੇ ਜਿਨ੍ਹਾਂ ਨੇ ਦੁੱਧ ਸੁਣਿਆ ਪਰ ਆਪਣੀ ਮਾਂ ਤੋਂ ਬਾਅਦ ਉਹਨਾਂ ਨੂੰ ਦੁੱਧ ਨਸੀਬ ਨਹੀਂ ਹੋਇਆ। ਜ਼ਿੰਦਗੀ ਦਾ ਪੱਖ, ਜ਼ਿੰਦਗੀ ਦਾ ਪੜਾਅ ਉਹਨਾਂ ਦਾ ਇਹੋ ਜਾਗਾ। ਫਿਰ ਉਹਨੇ ਲਿਖਿਆ ਨਾ ਵੀ ਇੱਥੇ ਮੰਦਰਾਂ 'ਚ ਦੁੱਧ ਡੋਲਦਾ, ਤੇ ਗਰੀਬ ਜਿਹੜੇ ਰੱਬ ਦਾ ਰੂਪ ਲੋਕ ਨੇ, ਬਿਨ ਬੋਲਣ ਵਾਲੀਆਂ ਮੂਰਤਾਂ ਨੂੰ ਨਵਾਇਆ ਜਾਂਦਾ, ਤੇ ਜਿਹੜੀ ਮੂਰਤ ਦੀ ਸੇਵਾ ਕਰਨੀ ਆ ਉਹ ਦੁੱਧ ਤੋਂ ਹੀਣੀ ਆ, ਉਹ ਤਰਸਦੀ ਆ। ਸੱਚੀ ਜੀ ਗੱਲ ਹੋਰ ਕਹਿੰਦਾ, 10ਵੀਂ ਹੋਵੇ, ਮੱਸਿਆ ਹੋਵੇ, ਖੀਰ ਗੁਰਦੁਆਰਿਆਂ 'ਚ ਆਮ ਦੁੱਧ ਹੀ ਬਣਦੀ ਆ ਨਾ। ਇਹੀ ਖੀਰ ਭਲਿਓ ਲੋਕੋ ਕਦੇ ਨਾ ਉਹਨਾਂ ਕੋਲੇ ਲੈ ਜਾ ਕਰੋ ਜ਼ਰੂਰ, ਕਿੰਨਾਂ ਕੋਲੇ ਜਿਨ੍ਹਾਂ ਨੇ ਖੀਰ ਸੁਣੀ ਆ, ਵੇਖੀ ਨਹੀਂ। ਸਵਾਦ ਤਾਂ ਦੂਰ ਦੀ ਗੱਲ ਆ। ਤੇ ਹੁਣ ਤੁਸੀਂ ਨਿਗਾਹ ਮਾਰ ਕੇ ਦੇਖੋ, ਡੋਲੂ ਸੋਡੀਆਂ ਮਾਫ ਕਰਨਾ, ਆਪਣੇ ਘਰਾਂ ਦੇ ਵਿੱਚ ਜਾਂਦੇ ਨਾ, ਭੈਣਾਂ ਜਾਂਦੀਆਂ, ਵੀਰ ਜਾਂਦੇ, ਹੱਥਾਂ 'ਚ ਹੁੰਦੇ ਨੇ। ਮਤਲਬ ਕੋਈ ਵੀ ਦਿਨ ਆਉਂਦਾ ਮਹੀਨੇ ਬਾਅਦ, 14 ਆਉਂਦੀ ਆ, ਮੱਸਿਆ ਆਉਂਦੀ ਆ, ਵੈਸੇ ਤਾਂ ਗੁਰੂ ਸਾਹਿਬ ਕੱਟਦੇ ਨੇ ਵੀ ਕੰਮ ਕਰਨਾ ਨਹੀਂ। ਚਲੋ ਤੁਹਾਡੀ ਤਮੰਨਾ ਨੇ ਵੀ ਇਹ ਕੰਮ ਕਰਨਾ, ਤਾਂ ਉੱਥੇ ਲੈ ਜਾਓ ਜਿਨ੍ਹਾਂ ਨੇ ਦੁੱਧ ਸੁਣਿਆ ਪਰ ਵੇਖਿਆ ਨਹੀਂ, ਉਹਨਾਂ ਨੂੰ ਸਵਾਦ ਵਿਖਾਇਓ ਵੀ ਦੁੱਧ ਆ ਹੁੰਦਾ। ਮੇਰੇ ਵਰਗੇ ਬਾਬਿਆਂ ਨੂੰ ਪਿਆ ਕੇ ਕੁਛ ਨਹੀਂ ਮਿਲਣਾਗਾ, ਕੁਝ ਵੀ ਤੁਹਾਡੇ ਪੱਲੇ ਨਹੀਂ ਪੈਣਾ, ਡੱਕਾ ਵੀ ਨਹੀਂ ਪੱਲੇ ਪੈਣਾਗਾ। ਤੁਹਾਡਾ ਦਿੱਤਾ ਹੋਇਆ ਦੁੱਧ ਵਿਕ ਸਕਦਾ ਮੰਦਰਾਂ, ਮਸੀਤਾਂ, ਗੁਰਦੁਆਰਿਆਂ ਵਿੱਚ, ਪਰ ਚੇਤਾ ਰੱਖਿਓ ਉਹ ਕਿਸੇ ਗਰੀਬ ਦੇ ਮੂੰਹ 'ਚ ਨਹੀਂ ਪੈ ਸਕਦਾਗਾ ਜਿਹਨੇ ਵੇਖਿਆ ਨਹੀਂਗਾ। ਉਹ ਦੁੱਧ ਪਿੱਛੇ ਲੜਾਈ ਹੋ ਸਕਦੀ ਆ, ਤੇ ਤੁਹਾਡੇ ਦੁੱਧ ਦਿੱਤੇ ਪਿੱਛੇ ਲੜਾਈ ਆ ਨਾ, ਤੇ ਫਿਰ ਮਾੜਾ ਧਿਆਨ ਮਾਰਿਓ ਵੀ ਸਾਡਾ ਦਿੱਤਾ ਹੋਇਆ ਦੁੱਧ ਰੱਬ ਨੇ ਕਬੂਲ ਕਰ ਲਿਆ ਕਿ ਨਹੀਂ ਕੀਤਾਗਾ। ਤੇ ਜੇ ਕਿਸੇ ਗਰੀਬ ਨੂੰ ਦੇ ਕੇ ਆਓਗੇ ਨਾ, ਜਿਹਨੂੰ ਲੋੜ ਆ, ਤੇ ਸੱਚ ਜਾਣੋ, ਪਾਈਆ ਦੁੱਧ ਬਦਲੇ ਅਗਲਾ 1000 ਸੀਸ ਦੇਊਗਾ, ਤੇ ਉਹ 1000 ਸੀਸ ਤੁਹਾਡੇ ਪੋਤਿਆਂ ਨੂੰ, ਪੜੋਤਿਆਂ ਨੂੰ, ਦੋਤਿਆਂ ਨੂੰ ਪਤਾ ਨਹੀਂ ਕਿੱਥੋਂ ਤੱਕ ਦੇਣੀਆਂ ਨੇ। ਉਹ ਸੀਸ ਦੇਣ ਵਾਲਾ ਕੌਣ ਆ? ਅੰਦਰ ਬੈਠਾਗਾ, ਜਿਹੜਾ ਬਾਬੇ ਫਰੀਦ ਨਾਲ ਗੱਲ ਕਰਦਾਗਾ। ਫਰੀਦ ਨੂੰ ਕੀ ਕਹਿੰਦਾ? ਮੈਨੂੰ ਬਾਹਰੀ ਤੌਰ ਤੇ ਮਿਲਣ ਦੀ ਲੋੜ ਨਹੀਂ ਪੁੱਤ, ਤੂੰ ਮੇਰੇ ਮਗਰ ਨਾ ਭੱਜੀ। ਹੋਰ ਕੀ ਕਰਨਾ? ਤੂੰ ਆਪਣੇ ਹੱਥ ਸਾਫ਼ ਕਰ ਲੈ। ਉਹ ਕਹਿੰਦਾ ਕਰ ਲੈ। ਕਹਿੰਦਾ ਜੇ ਆਪਣੇ ਹੱਥ ਸਾਫ਼ ਕਰ ਲੈ ਨਾ, ਮੇਰੀ ਇਹੀ ਸੇਵਾ। ਜੇ ਤੂੰ ਆਪਣੇ ਹੱਥ ਸਾਫ਼ ਕਰ ਲੈ ਨਾ, ਮੇਰੀ ਆਹੀ ਸੇਵਾ ਬਸ। ਹੁਣ ਆਪਾਂ ਨੂੰ ਇੱਥੋਂ ਕੀ ਸਿੱਖਿਆ ਮਿਲ ਗਈ? ਬਾਬਾ ਫਰੀਦ ਸਾਹਿਬ ਨੇ ਫਿਰ ਰੱਬ ਦੇ ਨਾਲ ਕੀਤੀ ਹੋਈ ਗੱਲ ਨਾ, ਆਕਾਸ਼ਬਾਣੀ ਜਿਹਨੂੰ ਆਪਾਂ ਭਵਿੱਖਬਾਣੀ ਕਹਿ ਦਿੰਦੇ ਆ, ਰੱਬ ਨਾਲ ਬੋਲੇ ਹੋਏ ਬੋਲ ਬਾਬਾ ਫਰੀਦ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰ ਦਿੱਤੇ। ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪਨੜੇ ਗਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਮੈਨੂੰ ਰੱਬ ਨੇ ਦੱਸਿਆ ਲੋਕੋ, ਕਹਿੰਦੇ ਨਾ ਆਪਣੇ ਪੀੜੇ ਥੱਲੇ ਜ਼ਰੂਰ ਨਿਗਾਹ ਮਾਰਿਆ ਕਰ, ਆਪਣੇ ਹੱਥਾਂ ਵੱਲ ਜ਼ਰੂਰ ਨਿਗਾਹ ਮਾਰਿਆ ਕਰ। ਮੇਰੇ ਹੱਥ ਕਿਸੇ ਨੂੰ ਛੂਹਣ ਤੋਂ ਪਹਿਲਾਂ ਮੈਲੇ ਤਾਂ ਨਹੀਂ ਹੈਗੇ ਇਹ, ਜੇ ਮੈਲੇ ਨੇ ਤਾਂ ਇਹਨਾਂ ਦੀ ਮੈਲ ਵੇਖਾਂ। ਹੁਣ ਇਹ ਕੰਮ ਕਰਨਾ ਬਹੁਤ ਸੌਖਾ, ਇਹ ਕੰਮ ਕਰਨਾ ਬੜਾ ਹੀ ਸੌਖਾ ਨਾ। ਚਲੋ ਜਿਹੜੇ ਸਾਡੀ ਨਿਗਾਹ ਦੇ ਵਿੱਚ ਬਾਬੇ ਲੋਕ ਆ ਨਾ, ਉਹਨਾਂ ਦੇ ਹੱਥ ਤਾਂ ਰੂਹਾਂ ਵਰਗੇ ਨੇ।
ਇੱਥੇ ਫਿਰ ਉਲਝਣ ਪਊਗੀ। ਉਹਨਾਂ ਦੇ ਹੱਥ ਇੰਨੇ ਸਾਫ਼ ਨੇ ਸ਼ਾਇਦ ਵਿੱਚੋਂ ਦੀ ਆਰ ਪਾਰ ਵੀ ਕੁਝ ਨਜ਼ਰ ਆ ਸਕਦਾ, ਦਿਖ ਸਕਦਾ। ਇੱਕ ਕਿਰਤੀ ਦੇ ਹੱਥ ਵਿਆਹੀਆਂ ਨੇ, ਕੋਈ ਭੈਣ ਆ ਨਾ ਸੁਆਹ ਭਾਂਡੇ ਮਾਂਜਦੀ ਆ, ਗੋਹਾ ਕੂੜਾ ਕਰਦੀ ਆ, ਸੱਚ ਜਾਣਿਓ ਇਹਨਾਂ ਹੱਥਾਂ ਦੇ ਵਿੱਚ ਰੇਤਾ ਰਾਵਾ ਮਿੱਟੀ ਉਹ ਭੈਣ ਦੇ ਜ਼ਿਆਦਾ, ਪਰ ਰੱਬ ਦੀ ਨਿਗਾਹ 'ਚ ਕਬੂਲ ਕੌਣ ਆ? ਉਹ ਭੈਣ, ਉਹ ਵੀਰ ਕਬੂਲ ਆ ਜਿਹਦੇ ਵਿਆਹੀਆਂ ਬਣ ਕੇ ਨਾ ਹੱਥਾਂ ਵਿੱਚ ਰੇਤਾ ਖੜਾ। ਜਿਹੜੇ ਬਾਬੇ ਦੇ ਹੱਥਾਂ ਵਿੱਚੋਂ ਦੀ ਆਰ ਪਾਰ ਦਿੰਦਾ ਨਾ, ਇੱਥੇ ਫੇਰ ਉਲਝਣ ਪੈ ਗਈ, ਉਹ ਫੇਰ ਨਹੀਂ ਪਸੰਦ ਹੈਗੇ। ਹੁਣ ਬਾਬਾ ਕਹੂ ਨੰਬਰ ਮੈਂ ਲੈ ਗਿਆ, ਕਿਉਂ? ਕਿਉਂਕਿ ਫਰੀਦ ਨੂੰ ਗੱਲ ਦੱਸਤੀ ਨਾ ਵੀ ਹੱਥ ਤਾਂ ਨਹੀਂ ਮਿਲੇ। ਫਰੀਦ ਸਾਹਿਬ ਨੇ ਕਹਿਤਾ ਮਿਲੇ ਨੇ, ਇਹਨਾਂ ਨੂੰ ਝਾੜ ਲਾ, ਸਾਫ਼ ਕਰ ਲੈ ਇਹਨਾਂ ਨੂੰ। ਇੱਥੇ ਬਾਬੇ ਨੰਬਰ ਲੈ ਜਾਣਗੇ, ਬਾਬਿਆਂ ਦੇ ਹੱਥ ਜ਼ਿਆਦਾ ਸਾਫ਼ ਨੇ, ਸੋਹਣੇ ਨੇ ਤਨ ਕਰਕੇ, ਪਰ ਮੈਲ ਬਕਾਰਾਂ ਦੀ ਮੈਲ ਦੀ ਗੱਲ ਕੀਤੀ ਹੈ। ਇਹਨਾਂ ਹੱਥਾਂ ਵਿੱਚ ਰਿਸ਼ਵਤ ਤਾਂ ਨਹੀਂ ਹੈ, ਇਹ ਹੱਥ ਕਿਸੇ ਦੀ ਸੰਗੀ ਨੂੰ ਤਾਂ ਨਹੀਂ ਪੈਂਦਾਗਾ, ਇਹਨਾਂ ਹੱਥਾਂ ਨੇ ਕਿਸੇ ਦਾ ਖੂਨ ਤਾਂ ਨਹੀਂ ਨੋਚਿਆਗਾ। ਆਹ ਮੈਲ ਦੇਖ, ਆਹ ਮੈਲ ਨਾ ਹੋਵੇ, ਇਹ ਮੈਲ ਨਹੀਂ ਹੋਣੀ ਚਾਹੀਦੀਗੀ। ਫਿਰ ਗੁਰੂ ਸਾਹਿਬ ਨੇ ਬਾਣੀ 'ਚ ਵੀ ਲਿਖਿਆ ਨਾ, ਇਹ ਮੈਲ ਤੇਰੇ ਜੀਵਨ ਵਿੱਚੋਂ ਖਤਮ ਹੋਣੀ ਚਾਹੀਦੀ ਆ। ਫਿਰ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਇੱਕ ਉਦਾਹਰਨ ਦਿੱਤੀ ਹੈਗੀ ਇਤਿਹਾਸ ਦੇ ਵਿੱਚੋਂ। ਚਲੋ ਇਸ ਗੱਲ ਨੂੰ ਇੱਥੇ ਰੋਕ ਕੇ ਆਪਾਂ ਅਗਲੀ ਗੱਲ ਥੋੜੀ ਸਮਝ ਕੇ ਨਾ ਫਿਰ ਪਿੱਛੇ ਮੁੜ ਕੇ ਆਵਾਂਗੇ। ਦਸ਼ਮੇਸ਼ ਪਿਤਾ ਆਨੰਦਪੁਰ ਸਾਹਿਬ ਦੇ ਵਿੱਚ ਵਿਚਰਦੇ ਨੇ। ਆਪਾਂ ਇੱਕ ਕਹਾਣੀ ਸੁਣਦੇ ਹੁੰਦੇ ਹਾਂ, ਸਤਿਗੁਰਾਂ ਨੇ ਨਾ ਆਵਾਜ਼ ਦਿੱਤੀ, ਕੋਈ ਸੇਵਾਦਾਰ ਆਓ ਭਾਈ ਪਾਣੀ ਦਾ ਗਲਾਸ ਲੈ ਕੇ। ਤੇ ਲੱਗੇ ਗਲਾਸ, ਕਟੋਰਾ, ਗੜਬਾ, ਕੁਛ ਵੀ ਕਹਿ ਲੋ, ਪਿਆਸ ਲੱਗੀ, ਆਓ ਭੱਜ ਕੇ ਕੋਈ। ਹੁਣ ਜਿਹਦੇ ਹੱਥ ਸਾਫ਼ ਨੇ ਉਹ ਕੌਣ ਆ? ਇੱਕ ਨੌਜਵਾਨ ਚਲਾ ਗਿਆ, ਜਾ ਕੇ ਕਹਿੰਦਾ ਸੱਚੇ ਪਾਤਸ਼ਾਹ ਆਹ ਲਓ ਗਲਾਸ, ਗੜਬਾ, ਕਟੋਰਾ, ਕੋਈ ਵੀ ਲਾ ਲਓ ਪਾਣੀ ਦਾ ਬਰਤਨ। ਸੱਚੇ ਪਾਤਸ਼ਾਹ ਉਹ ਨੌਜਵਾਨ ਦੇ ਮੁਖ ਵੱਲ ਤੱਕੇ, ਕਹਿੰਦੇ ਪੁੱਤ ਕੀ ਕਰਦਾ ਹੁੰਨਾ? ਕਹਿੰਦਾ ਸੱਚੇ ਪਾਤਸ਼ਾਹ ਕੁਛ ਨਹੀਂ ਕਰਦਾ, ਅੱਜ ਪਹਿਲੇ ਦਿਨ। ਉਹਦੇ ਅੰਦਰ ਭੁਲੇਖਾ ਸੀ ਵੀ ਕਿਤੇ ਇਹ ਨਾ ਕਹਦੇ ਵੀ ਤੇਰੇ ਹੱਥ ਮੈਲੇ ਨੇ, ਤੂੰ ਲਿਬੜਿਆ ਫਿਰਦਾਂਗਾ, ਵੀ ਕਿਤੇ ਮੋੜ ਨਾ ਦੇਵੇ, ਪਾਣੀ ਪ੍ਰਵਾਨ ਨਾ ਕਰੇ। ਪਰ ਸਤਿਗੁਰਾਂ ਨੂੰ ਕੌਣ ਸਮਝਾਵੇ, ਹਨਾ? ਪੁੱਤ ਕੀ ਕਰਦਾ ਹੁੰਨਾ, ਕਿੱਥੋਂ ਆਇਆ, ਕੀ ਗੱਲਬਾਤ ਆ? ਪਾਤਸ਼ਾਹ ਮੈਂ ਤਾਂ ਬੜੇ ਤਕੜੇ ਘਰ ਦਾ ਲੜਕਾ, ਬੜਾ ਸਿਆਣਾ ਗਾ, ਬੜਾ ਸਮਝਦਾਰ ਆ, ਆਪਣੀਆਂ ਭਾਵਨਾਵਾਂ ਆਪ ਹੀ ਦੱਸੀ ਜਾਂਦਾਗਾ। ਮੈਂ ਤਾਂ ਅੱਜ ਪਹਿਲੀ ਵਾਰ ਤੁਹਾਨੂੰ ਗਲਾਸ ਪਾਣੀ ਦਾ ਗੜਬਾ ਨਾ ਕਟੋਰਾ ਫੜਾਇਆਗਾ। ਮੈਂ ਤਾਂ ਕਿਸੇ ਨੂੰ ਪਾਣੀ ਫੜਾਉਣਾ ਤਾਂ ਦੂਰ ਦੀ ਗੱਲ ਆ, ਆਪ ਨਹੀਂ ਚੱਕ ਕੇ ਪੀਤਾ। ਮੇਰੇ ਤਾਂ ਆਸੇ ਪਾਸੇ ਨਾ ਨੌਕਰ ਚਾਕਰ ਘੁੰਮਦੇ ਨੇਗੇ। ਆਹ ਦੇਖੋ ਮੇਰੇ ਤਾਂ ਹੱਥ ਬਿਲਕੁਲ ਸਾਫ਼ ਨੇਗੇ। ਜਦੋਂ ਗੁਰੂ ਸਾਹਿਬ ਨੇ ਪਾਣੀ ਪੀਤਾ ਨਹੀਂ ਨਾ, ਇਦਾਂ ਦੀਆਂ ਗੱਲਾਂ ਦੱਸੀ ਜਾਂਦਾਗਾ। ਗੁਰੂ ਸਾਹਿਬ ਕਹਿੰਦੇ ਫਿਰ ਮੈਂ ਤੁਹਾਡੇ ਹੱਥਾਂ ਦਾ ਪਾਣੀ ਨਹੀਂ ਛਕਣਾ। ਕਿਉਂ? ਸਤਿਗੁਰੂ ਕਹਿੰਦੇ ਕਿਉਂ? ਵਾਹਿਗੁਰੂ। ਉਹ ਨੌਜਵਾਨ ਕਹਿੰਦਾ ਕਿਉਂ? ਇਸੇ ਕਰਕੇ ਕਹਿੰਦਾ ਮੈਨੂੰ ਉਹ ਪਾਣੀ ਸਵਾਦ ਲੱਗਦਾ ਜਿਹੜਾ ਹੱਥ ਰੋਜ਼ ਕੰਮ ਵੱਲ ਵੱਧਦਾਗਾ। ਕੰਮ ਮਤਲਬ ਕਿਰਤ ਵੱਲ। ਉਹ ਕਿਰਤ ਸਾਡੀ ਕੋਈ ਵੀ ਹੋ ਸਕਦੀ ਆ। ਕਿਰਤੀ ਹੱਥ ਬਾਹਰੀ ਤੌਰ ਤੇ ਮੈਲੇ ਹੋਣ, ਗੁਰੂ ਨੂੰ ਪ੍ਰਵਾਨ ਨੇ, ਪਰ ਉਹਨਾਂ ਹੱਥਾਂ ਦੇ ਵਿੱਚ ਰਿਸ਼ਵਤ, ਵਿਹਲਾਪਣ, ਵਿਹਲੜਪਣ, ਇਦਾਂ ਦੀ ਕੋਈ ਭਾਵ ਪੱਖ ਨਾ ਹੋਵੇ, ਇਸ ਕੰਮ ਨਾਲ ਲਿਬੜੇ ਨਾ ਹੋਣ, ਉਹ ਪ੍ਰਵਾਨ ਆ ਮੈਨੂੰ। ਚਲੋ ਇੱਕ ਸੰਦੇਸ਼ ਸੀ ਛੋਟਾ ਜਿਹਾ, ਮਤਲਬ ਕਿ ਗੁਰੂ ਸਾਹਿਬ ਨੇ ਵਿਚਾਰ ਦਿੱਤੀ ਆ। ਉਹ ਨੌਜਵਾਨ ਨੇ ਅੱਗੇ ਤੋਂ ਕਿਰਤ ਕਰਕੇ ਜ਼ਿੰਦਗੀ ਜਿਉਣ ਦਾ ਪ੍ਰਣ ਕੀਤਾ। ਆਪ ਵੀ ਕਿਰਤ ਕਰਾਂਗਾ, ਹੋਰਾਂ ਨੂੰ ਕਿਰਤ ਕਰਨ ਦੇ ਲਈ ਪ੍ਰੇਰਿਤ ਵੀ ਕਰਾਂਗਾ। ਮਤਲਬ ਇੱਥੇ ਝਾੜਨ ਦੀ ਗੱਲ ਸੀ ਨਾ। ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਫਿਰ ਗੁਰੂ ਜੀ ਕਹਿੰਦੇ ਨਾ ਹੱਥ ਝਾੜਨਾ ਹੀ ਮੇਰੀ ਸੇਵਾ, ਹੱਥ ਸਾਫ਼ ਕਰਨੇ ਹੀ ਮੇਰੀ ਸੇਵਾ ਗੀ। ਫਿਰ ਬਾਣੀ 'ਚ ਲਿਖਿਆ ਮੁਕਤ ਭੁਗਤ ਜੁਗਤ ਤੇਰੀ ਸੇਵਾ। ਆਪੇ ਸੇਵਾ ਲਾਹੇ, ਉਹ ਆਪ ਹੀ ਇਸ ਸੇਵਾ ਦੇ ਵਿੱਚ ਲਾ ਲੈਂਦਾ। ਪਰ ਸਾਡਾ ਜੀਵਨ ਕਿਹੋ ਜਿਹਾਗਾ? ਸਾਡਾ ਜੀਵਨ ਇਹ ਆ ਵੀ ਅਸੀਂ ਖੁਦ ਆਪਣੇ ਜੀਵਨ ਦੇ ਵਿੱਚ ਬੁਰਾਈਆਂ ਦੀ ਮੈਲ ਆਪਣੇ ਹੱਥਾਂ ਵਿੱਚ ਚੱਕੀ ਫਿਰਦੇ ਆ। ਫਰੀਦਾ ਕੀ ਕਹਿੰਦਾਗਾ? ਆਪ ਸਵਾਰੇ ਹੀ ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋਏ ਰਹੈ ਸਭ ਜਗ ਤੇਰਾ ਹੋਏ। ਜਿਨ੍ਹਾਂ ਨੇ ਆ ਪਾਵਨ ਪੰਕਤੀ ਨੂੰ ਪੜ੍ਹ ਕੇ ਸੁਣ ਕੇ ਵਿਚਾਰ ਲਿਆ ਨਾ, ਫਰੀਦ ਸਾਹਿਬ ਜੀ ਕਹਿੰਦੇ ਨੇ ਆਪ ਸਵਾਰੇ ਹੀ, ਮਤਲਬ ਜਿਹੜੀ ਗੱਲ ਝਾੜਨ ਵਾਲੀ ਹੈ ਨਾ, ਆਪ ਸਵਾਰੇ, ਆਪਣੇ ਆਪ ਨੂੰ ਸਵਾਰ, ਆਪਣੇ ਆਪ ਨੂੰ ਸੋਹਣਾ ਬਣਾ ਲਾ। ਕਿਵੇਂ? ਗੁਰੂ ਤੋਂ ਮੱਤ ਲੈ ਕੇ। ਮਤਲਬ ਕਿ ਮਾੜੀ ਭਾਵਨਾ, ਮਾੜੇ ਖਿਆਲ ਉਹ ਕੱਟ ਕੇ। ਆਪ ਸਵਾਰੇ ਮੈਂ ਮਿਲਿਆ, ਆਪਣੇ ਆਪ ਨੂੰ ਮਿਲ ਪਾ। ਮੈਂ ਮਿਲਿਆ, ਆਪਣੇ ਆਪ ਨੂੰ ਮਿਲ ਕੇ, ਆਪਣੇ ਆਪ ਨੂੰ ਸਾਫ਼ ਕਰਕੇ ਮੈਂ ਮਿਲਿਆ ਸੁਖ ਹੋਏ। ਅੱਗੇ ਕੀ ਲਿਖਿਆ? ਫਰੀਦਾ ਜੇ ਤੂੰ ਮੇਰਾ ਹੋਏ ਰਹੈਂ ਸਭ ਜੱਗ ਤੇਰਾ ਹੋਏ। ਸੱਚਾਈ ਆ, ਜਿਨ੍ਹਾਂ ਦੇ ਹੱਥਾਂ ਵਿੱਚ ਬੁਰਾਈਆਂ ਦੀ ਮੈਲ ਹੈ ਹੀ ਨਹੀਂ, ਉਹਨਾਂ ਨਾਲ ਲਿਹਾਜ਼ ਸਾਰੀ ਪਾ ਲੈਂਦੇ ਨੇ। ਕੌਣ ਬਣ ਗਏ ਮਿੱਤਰ? ਕੌਣ ਬਣ ਗਏ? ਇੱਕ ਨਹੀਂ ਅਨੇਕ ਹੀ ਮਿੱਤਰ ਬਣ ਗਏ। ਜਿਨ੍ਹਾਂ ਦੇ ਹੱਥਾਂ ਵਿੱਚ ਬਕਾਰਾਂ ਦੀ ਮੈਲ ਆ ਨਾ, ਉਹਨਾਂ ਦੇ ਮਿੱਤਰ ਤਾਂ ਬਕਾਰੀ ਹੋਣਗੇ।
ਜਿਨ੍ਹਾਂ ਦੇ ਹੱਥਾਂ ਵਿੱਚੋਂ ਵਿਕਾਰਾਂ ਦੀ ਮੈਲ ਨਿਕਲ ਗਈ, ਉਹ ਭਾਵੇਂ ਗਰੀਬ ਆ, ਮੱਧ ਵਰਗ ਦੇ ਵਿੱਚ ਆ, ਭਾਵੇਂ ਅਮੀਰ ਆ, ਉਹਨਾਂ ਦਾ ਮਿੱਤਰ ਹਰ ਕੋਈ ਬਣ ਜਾਊਗਾ। ਗਿਣਤੀ ਕਰ ਲਓ ਉਸ ਟਾਈਮ ਦੇ ਵਿੱਚ ਬਾਬਰ ਦੇ ਮਿੱਤਰਾਂ ਦੀ, ਤੇ ਗਿਣਤੀ ਕਰ ਲਓ ਉਸ ਟਾਈਮ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਮਿੱਤਰਾਂ ਦੀ। ਅੰਕੜੇ ਤੁਸੀਂ ਅੱਜ ਦਿਨ ਭਰੇ ਕੱਢਣੇ ਨੇ ਵੀ ਮਿੱਤਰ ਕਿਹਦੇ ਵੱਧ ਨੇ, ਦੋਸਤ ਕਿਹਦੇ ਵੱਧ ਨੇ। ਆਪ ਸਵਾਰੇ ਮੈਂ ਮਿਲਿਆ ਸੁਖ ਹੋਏ ਜੇ ਤੂੰ ਮੇਰਾ ਹੋਏ ਰਹੇ। ਜਿਹੜੇ ਆਪਣੇ ਆਪ ਨੂੰ ਸਵਾਰ ਗਏ ਨਾ, ਉਹਨਾਂ ਦਾ ਸਾਰਾ ਜੱਗ ਮਿੱਤਰ ਬਣ ਗਿਆ, ਸਾਰਾ ਜੱਗ ਉਹਨਾਂ ਦਾ ਦੋਸਤ ਬਣ ਗਿਆ। ਫਿਰ ਸਾਰਾ ਜੱਗ ਦੋਸਤ ਬਣ ਗਿਆ, ਫਿਰ ਕੀ ਬਣ ਗਿਆ? ਰੱਬ ਨਾਲ ਦੋਸਤੀ ਪੈ ਗਈ। ਮਨੁੱਖਤਾ ਦੇ ਵਿੱਚ ਪਰਮਾਤਮਾ ਹੈ। ਆਹ ਤਰਤੀਬ ਗੁਰੂ ਪਾਤਸ਼ਾਹ ਜੀ ਕਹਿੰਦੇ ਨਾ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਮੈਨੂੰ ਮੇਰੇ ਮਾਲਕ ਨੇ ਸਮਝਾ ਦਿੱਤੀ, ਤੇ ਇਹੀ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਝੋਲੀ ਵਿੱਚ ਪਾ ਦਿੱਤੀ ਵੀ ਤੁਸੀਂ ਭਾਈ ਆਹੀ ਕੰਮ ਕਰਨਾ। ਹੁਣ ਨੋਟ ਕਰ ਲਿਓ, ਇੱਥੇ ਸਾਰੇ ਜਗਤ ਵਿੱਚ ਜਗਤ ਨੂੰ ਸਵਾਰਨ ਵਾਲੇ ਬਹੁਤ ਨੇ, ਪਰ ਆਪਣੇ ਆਪ ਨੂੰ ਸਵਾਰਨ ਵਾਲੇ ਥੋੜੇ ਨੇ। ਉਹਦਾ ਕੋਈ ਆ, ਫਰੀਦ ਸਾਹਿਬ ਵਰਗੇ ਵੀ ਆਪ ਸਵਾਰੇ ਮੈਂ ਮਿਲਿਆ ਸੁਖ ਹੋਏ। ਨਹੀਂ, ਜਗਤ ਨੂੰ ਸਵਾਰਨ ਵਾਲੇ ਬਹੁਤ ਨੇ। ਇੱਕ ਵੀਰ ਕਹਿੰਦਾ ਨਾ, ਮੈਂ ਰਸਤੇ ਵਿੱਚ ਤੁਰਿਆ ਜਾਵਾਂ, ਕਹਿੰਦੇ ਇੱਕ ਨੌਜਵਾਨ ਰਸਤੇ ਵਿੱਚ ਕੰਡੇ ਤੇ ਰੋੜੇ ਖਲਾਰੀ ਜਾਵੇ। ਕਹਿੰਦਾ ਮੈਂ ਰੋਕ ਕੇ ਪੁੱਛ ਲਿਆ ਵੀ ਕੀ ਕਰਦਾ ਨੌਜਵਾਨਾ? ਉਹ ਕਹਿੰਦਾ ਇਸ ਰਸਤੇ ਵਿੱਚੋਂ ਦੀ ਲੰਘਦੇ ਨੇ ਦੋਧੀ, ਸੁਬਾਹ ਲੰਘਦੇ ਆ ਨਾ, ਤੇ ਕਹਿੰਦਾ ਮੈਂ ਉਹਨਾਂ ਨੂੰ ਸਿੱਟਣ ਵਾਸਤੇ, ਉਹਨਾਂ ਦਾ ਦੁੱਧ ਢਲਾਉਣ ਵਾਸਤੇ, ਉਹਨਾਂ ਦੇ ਟਾਇਰ ਪੈਂਚਰ ਕਰਨ ਵਾਸਤੇ ਇਹ ਕੰਡੇ ਖਿਲਾਰੇ ਨੇ ਤੇ ਰੋੜੇ ਖਿਲਾਰੇ ਨੇ। ਕਿਉਂ? ਕਹਿੰਦਾ ਮੈਨੂੰ ਆਹ ਪੁੱਠਾ ਕੰਮ ਕਰਕੇ ਨਾ ਖੁਸ਼ੀ ਮਿਲਦੀ। ਸੱਚਾਈ ਹੈ, ਸੱਚਾਈ ਹੈ ਨਾ। ਕੀ ਸੱਚਾਈ ਆ? ਪਿੰਡਾਂ ਦੀ ਇਨਕੁਆਇਰੀ ਕਰ ਲਓ, ਕੋਈ ਬਿਰਲਾ ਪਿੰਡ ਹੋਵੇਗਾ ਜਿੱਥੇ ਰਾਹ ਦੇ ਵਿੱਚ ਚਿੱਕੜ ਨਾ ਹੋਵੇ, ਰਾਹ ਦੇ ਵਿੱਚ ਆਪਣੇ ਬਾਰ ਦੇ ਵਿੱਚ ਗੰਦ ਨਾ ਹੋਵੇ, ਆਪਣੇ ਬਾਰ ਦੇ ਵਿੱਚ ਕੰਡੇ ਕਾਠ ਨਾ ਖਿਲਾਰੇ ਹੋਣ। ਨਹੀਂ, ਸਭ ਦੇ ਰਸਤੇ ਤੰਗ ਨੇ। ਕਿਉਂ? ਲੋਕਾਂ ਨੂੰ ਦੁੱਖ ਦੇ ਕੇ ਸਾਡੀ ਭਾਵਨਾ ਇਹ ਆ ਵੀ ਖੁਸ਼ ਹੁੰਨੇ ਆ ਅਸੀਂ, ਲੋਕਾਂ ਨੂੰ ਦੁੱਖ ਦੇ ਕੇ। ਕਿਸੇ ਦੇ ਰਸਤੇ ਵਿੱਚ ਕੰਡੇ ਖਿਲਾਰ ਕੇ ਅਸੀਂ ਖੁਸ਼ ਹੁੰਨੇ ਆ। ਇਹ ਹਾਲਾਤ ਸਾਡੀ ਕੌਮ ਦੇ ਆ। ਇਹ ਹਾਲਾਤ ਸਾਡੇ ਕਿਹਦੇ ਨੇ? ਕੌਮ ਦੇ। ਸਾਡੀ ਭਾਵ ਜਿਹੜੀ ਸੰਸਾਰ ਦੀ ਕੁੰਜੀ ਆ ਨਾ, ਉਹਨਾਂ ਬੰਦਿਆਂ ਦੇ ਹੱਥ ਵਿੱਚ ਆ ਗਈ ਜਿਹੜੇ ਰਸਤੇ ਵਿੱਚ ਰੋੜੇ ਖਿਲਾਰ ਰਹੇ ਨੇ, ਰਸਤੇ ਵਿੱਚ ਕੰਡੇ ਖਿਲਾਰ ਰਹੇ ਨੇ। ਫਿਰ ਚੇਤਾ ਰੱਖਿਓ, ਕਦੇ ਵੀ ਅਸੀਂ ਆਪਣੇ ਆਪ ਨੂੰ ਸਵਾਰ ਨਹੀਂ ਸਕਾਂਗੇ ਜੇ ਕੰਡੇ ਖਿਲਾਰਨ ਵਾਲਾ ਹੋਵੇ। ਗੁਰੂ ਨਾਨਕ ਸਾਹਿਬ ਨੇ ਕੰਡੇ ਖਿਲਾਰੇ ਨਹੀਂ, ਉਹਨਾਂ ਨੇ ਕੰਡੇ ਚੁਗੇ ਨੇਗੇ। ਚਲੋ, ਇੱਥੇ ਕਹਿਣ ਤੋਂ ਭਾਵ ਸੀ, ਪਾਤਸ਼ਾਹ ਜੀ ਕਹਿੰਦੇ ਮਿੱਠਾ ਕਰਕੇ ਖਾਇਆ। ਕੋਈ ਵੀ ਰਾਸਾ ਉਹਨੂੰ ਮਿੱਠਾ ਕਰਕੇ ਬੰਦੇ ਨੇ ਖਾਣਾ ਸ਼ੁਰੂ ਕਰ ਦਿੱਤਾ। ਬਹੁਤ ਸਾਦੋ ਵਧਿਆ ਰੋਗ, ਸਮਾਂ ਪਾ ਕੇ ਬਿਮਾਰੀ ਇੰਨੀ ਕੁ ਵੱਧ ਗਈ, ਉਹ ਬਿਮਾਰੀ ਦਾ ਇਲਾਜ ਕੋਈ ਨਹੀਂ ਹੈ। ਬਹੁਤ ਸਾਦੋ ਉਹਨਾਂ ਸਵਾਦਾਂ ਤੋਂ ਵਧਿਆ, ਅੰਦਰ ਕੀ ਵੱਧ ਗਿਆ? ਰੋਗ ਵੱਧ ਗਏ। ਉਹ ਰੋਗ ਕਿਹੜੇ ਨੇ? ਬੜੀਆਂ ਭਿਆਨਕ ਬਿਮਾਰੀਆਂ ਨੇ। ਸੁੱਧ ਪਤਾਰ ਹਰ ਛੋੜਿਆ। ਇਹ ਬਿਮਾਰੀਆਂ ਕਿਉਂ ਵਧੀਆਂ? ਕਿਉਂਕਿ ਅਸੀਂ ਆਪਣੇ ਸ਼ੁੱਧ ਵੱਡਾ, ਆਪਣੇ ਸਿਆਣੇ ਤੇ ਸ਼ੁੱਧ ਪਤੀ ਪਰਮੇਸ਼ਰ ਨੂੰ ਛੱਡ ਦਿੱਤਾ। ਸੁੱਧ ਪਤਾਰ, ਪਹਿਲਾਂ ਪਿਰ ਕਿਹਾ ਸੀਗਾ, ਹੁਣ ਕੀ ਕਿਹਾ? ਪਤਾਰ। ਪਤਾਰ ਤੋਂ ਭਾਵ ਵੀ ਪਤੀ ਹੈ। ਸੁੱਧ ਪਤਾਰ ਛੋੜਿਆ, ਫਿਰ ਲੱਗਾ ਜਾਏ ਵਿਜੋਗ। ਫਿਰ ਕੀ ਹੋ ਗਿਆ? ਕਹਿੰਦਾ ਮੇਰੀ ਤਾਂ ਰੱਬ ਨਾਲੋਂ ਦੋਸਤੀ ਟੁੱਟ ਗਈ। ਸਾਡੇ ਕਰਮਾਂ 'ਚ ਸੰਗਤ ਕਿੱਥੇ ਆ? ਦੋਸਤ ਕਿਹਨੂੰ ਆ? ਫਿਰ ਆਪਣੇ ਕਰਮਾਂ ਨੂੰ। ਸਾਡੇ ਕਰਮਾਂ ਵਿੱਚ ਸੱਚ ਕਿੱਥੇ ਆ? ਸਾਡੇ ਕਰਮਾਂ ਵਿੱਚ ਚੰਗੇ ਕੰਮ ਕਿੱਥੇ ਨੇ? ਪਰ ਉਹ ਚੰਗੇ ਕੰਮਾਂ ਨਾਲੋਂ ਟੁੱਟਿਆ ਕਿਉਂ? ਉਹਦਾ ਕਾਰਨ ਕੀ ਬਣਿਆ? ਇੱਕੋ ਹੀ ਕਾਰਨ ਬਣਿਆ ਵੀ ਉਹਨੇ ਆਪਣੇ ਆਪ ਨੂੰ ਆਪਣੇ ਸਿਆਣੇ ਪਤੀ ਨਾਲ ਜੋੜਨ ਦੀ ਬਜਾਏ ਕੱਚੇ ਪਤੀ ਨਾਲ ਜੋੜ ਲਿਆ। ਉਹਨੇ ਆਪਣੇ ਹੱਥ ਧੋਣ ਦੀ ਬਜਾਏ ਆਪਣੇ ਹੱਥਾਂ ਨੂੰ ਮੈਲ ਨਾਲ, ਖੂਨ ਨਾਲ ਭਰ ਲਿਆ। ਫਿਰ ਪਾਤਸ਼ਾਹੀ ਲਾਸਟ ਵਿੱਚ ਕਹਿੰਦੇ ਨੇ, ਕਹਿੰਦੇ ਗੁਰਮੁਖ ਹੋਵੇ ਸੋ ਪਲਟਿਆ। ਕਹਿੰਦੇ ਫਿਰ ਨਾ ਜਿਹੜਾ ਵੀ ਬਾਬਾ ਫਰੀਦ ਸਾਹਿਬ ਵਰਗਾ ਬਣ ਜਾਂਦਾ ਗੁਰਮੁਖ ਹੋਏ ਸੋ ਪਲਟਿਆ, ਉਹ ਆਪਣੀ ਜ਼ਿੰਦਗੀ ਦਾ ਰਸਤਾ ਕੰਡਿਆਂ ਵਾਲਾ ਛੱਡ ਕੇ ਚੰਗੇ ਰਸਤੇ ਤੇ ਆ ਜਾਂਦਾ। ਪਲਟ ਗਿਆ, ਉਹਨੇ ਪਾਸਾ ਪਲਟ ਲਿਆ। ਕੱਲ ਸ਼ਰਾਬੀ ਕਵਾਬੀ ਸੀ, ਅੱਜ ਅੰਮ੍ਰਿਤਧਾਰੀ ਬਣ ਗਿਆ। ਕੱਲ ਸ਼ਰਾਬ ਚੰਗੀ ਲੱਗਦੀ ਸੀ, ਅੱਜ ਗੁਰੂ ਦਾ ਅੰਮ੍ਰਿਤ ਚੰਗਾ ਲੱਗਣ ਲੱਗ ਗਿਆ। ਕੱਲ ਮਾੜੇ ਨਾਵਲ ਚੰਗੇ ਲੱਗਦੇ ਸੀ ਤੇ ਅੱਜ ਗੁਰੂ ਦੀ ਬਾਣੀ ਚੰਗੀ ਲੱਗਣ ਲੱਗੀ। ਉਹਨੇ ਪਾਸਾ ਪਲਟਿਆ, ਆਪਣਾ ਪਾਸਾ ਪਰਤ ਲਿਆ, ਕਹਿ ਲੋ ਬਦਲ ਲਿਆ, ਕਹਿ ਲੋ। ਹੁਣ ਪਾਤਸ਼ਾਹ ਜੀ ਕਹਿੰਦੇ ਗੁਰਮੁਖ ਹੋਵੇ ਸੋ ਪਲਟਿਆ, ਹਰ ਰਾਤੀ ਸਾਜ ਸਿੰਗਾਰ।
ਗੱਲ ਚੱਲਦੀ ਦੁਹਾਗਣ ਤੇ ਸੁਹਾਗਣ ਦੀ। ਉਹਨੇ ਫਿਰ ਦੁਹਾਗਣਾ ਵਾਲਾ ਵੇਸ ਛੱਡ ਕੇ ਆਪਣੇ ਪਤੀ ਨੂੰ ਖੁਸ਼ ਕਰਨ ਦੇ ਲਈ ਬਾਬਾ ਫਰੀਦ ਸਾਹਿਬ ਤੋਂ ਤਰਤੀਬ ਲੈ ਲਈ। ਉਹਨੇ ਇੰਨਾ ਸੋਹਣਾ ਸ਼ਿੰਗਾਰ ਕੀਤਾ, ਮੇਰਾ ਪਤੀ ਖੁਸ਼ ਹੋ ਜਾਵੇ। ਉਹ ਸ਼ਿੰਗਾਰ ਕਿਹੜਾ ਸੀ? ਆ ਬਾਹਰੀ ਤੌਰ ਤੇ ਸ਼ਿੰਗਾਰ ਨਹੀਂ, ਉਹਨੇ ਸ਼ਿੰਗਾਰ ਕੀਤਾ ਆਪਣੇ ਜੀਵਨ ਵਿੱਚ ਗੁਣਾਂ ਦਾ। ਉਹਨੇ ਸ਼ਿੰਗਾਰ ਕੀਤਾ ਆਪਣੇ ਜੀਵਨ ਵਿੱਚ ਆਪਣੇ ਹੱਥ ਧੋਣ ਦਾ। ਫਿਰ ਪੜ੍ਹੀਏ ਆਪਾਂ, ਪਾਤਸ਼ਾਹ ਜੀ ਕਹਿੰਦੇ ਨੇ, ਕਹਿੰਦੇ ਜਿਨ੍ਹਾਂ ਨੇ ਆਪਣੇ ਆਪ ਨੂੰ ਸ਼ਿੰਗਾਰ ਲਿਆ ਫਿਰ ਉਹਨਾਂ ਦਾ ਜੀਵਨ ਸੋਹਣਾ ਬਣ ਗਿਆ। ਹਰ ਰਾਤੀ ਸਾਜ, ਹਰ ਰਾਤੀ, ਇੱਥੇ ਹਰੀ ਦਾ ਨਾਮ ਨਹੀਂ, ਇੱਥੇ ਹਰ ਰੋਜ਼ ਰਾਤੀ ਰਾਤ ਹਰ ਰਾਤੀ ਸਾਜ ਸ਼ਿੰਗਾਰਿਆ, ਆਪਣੇ ਆਪ ਨੂੰ ਰੋਜ਼ ਸ਼ਿੰਗਾਰਨਾ ਸ਼ੁਰੂ ਕਰ ਦਿੱਤਾ, ਇੱਕ ਦਿਨ ਨਹੀਂ। ਅੱਗੇ ਪਾਸੇ ਜ਼ਿਕਰ ਕਰਦੇ ਨੇ, ਸਹਿਜ ਸੱਚ ਪਿਰ ਰਾਵਿਆ ਹਰ ਨਾਮਾ ਉਰ ਧਾਰ। ਉਰ ਧਾਰ ਤੋਂ ਭਾਵ ਹਿਰਦਾ। ਉਹ ਮਾਲਕ ਮੇਰੇ ਹਿਰਦੇ ਵਿੱਚ ਆਣ ਬੈਠ ਗਿਆ, ਹੁਣ ਮੈਨੂੰ ਬਾਹਰ ਕਿਤੇ ਭਟਕਣ ਦੀ ਜ਼ਰੂਰਤ ਨਹੀਂ ਰਹੇਗੀ। ਆਗਿਆਕਾਰੀ ਸਦਾ ਸੁਹਾਗਣ। ਫਿਰ ਦੁਹਾਗਣਾ ਵਾਲਾ ਪਾਸਾ ਤੋੜ ਕੇ ਸੁਹਾਗਣ ਕੌਣ ਬਣ ਜਾਂਦਾ ਗਾ? ਜੋ ਆਗਿਆਕਾਰੀ ਹੁੰਦੇ ਨੇ, ਗੁਰੂ ਦੇ ਹੁਕਮ ਵਿੱਚ ਚੱਲਦੇ ਨੇ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਫਿਰ ਪਾਤਸ਼ਾਹ ਜੀ ਕਹਿੰਦੇ, ਆਗਿਆਕਾਰੀ ਸਦਾ ਦੁਹਾਗਣ, ਆਪ ਮੇਲੀ ਕਰਤਾਰ। ਫਿਰ ਉਹ ਆਪ ਹੀ ਸਾਨੂੰ ਆਪਣੇ ਨਾਲ ਮਿਲ ਲੈਂਦਾ ਹੈ। ਨਾਨਕ ਪਿਰ ਪਾਇਆ ਹਰ ਸਾਚਾ, ਸਦਾ ਸੁਹਾਗਣ ਨਾਰ। ਨਾਨਕ ਪਿਰ ਪਤੀ ਪਾਇਆ ਹਰ ਸਾਚਾ, ਹਰ ਸੱਚੇ ਪਤੀ ਨੂੰ ਪਾ ਕੇ ਅਸੀਂ ਕੀ ਬਣ ਗਏ? ਸਦਾ ਲਈ ਸੁਹਾਗਣਾ ਵਾਲਾ ਰੁਤਬਾ ਸਾਨੂੰ ਮਿਲ ਗਿਆ। ਹਰ ਸਾਚਾ ਸਦਾ ਸੁਹਾਗਣ ਨਾਰ। ਅਸੀਂ ਚੰਗੀਆਂ, ਮਤਲਬ ਸਾਡੀਆਂ ਜੀਵ ਆਤਮਾਵਾਂ ਨਾਰਾਂ ਬਣ ਗਈਆਂ, ਸੋਹਣੇ ਜੀਵਨ ਵਾਲੀਆਂ। ਇੱਥੇ ਬਾਹਰੀ ਤੌਰ ਤੇ ਪਤਨੀ ਦੀ ਗੱਲ ਨਹੀਂ, ਬਾਹਰੀ ਤੌਰ ਤੇ ਪਤੀ ਦੀ ਗੱਲ ਨਹੀਂ, ਉੱਥੋਂ ਆਪਾਂ ਉਦਾਹਰਨ ਲੈਤੀ ਆ। ਗੱਲ ਸਾਡੇ ਅੰਦਰ ਦੀ ਆ, ਗੱਲ ਸਾਡੇ ਅੰਦਰ ਦੀ ਜੀਵ ਆਤਮਾ ਦੀ ਹੈ। ਜੀਵ ਆਤਮਾ ਦਾ ਪਤੀ ਉਹ ਪਰਮਾਤਮਾ ਹੈ। ਉਹ ਪਤੀ ਦੀ ਸੇਵਾ ਕਰਨੀ ਸੀ, ਉਹ ਆਪਾਂ ਨੂੰ ਬਾਬਾ ਫਰੀਦ ਸਾਹਿਬ ਨੇ ਦੱਸਤੀ, ਆਪਣੇ ਮਾਲਕ ਦੀ ਸੇਵਾ, ਆਪਣੇ ਹੱਥ ਸਾਫ਼ ਕਰਨੇ ਹੀ ਉਹਦੀ ਵੱਡੀ ਸੇਵਾ। ਥੋੜੀ ਜਿਹੀ ਹੋਰ ਸੌਖੀ ਉਦਾਹਰਨ ਲੈ ਲਓ। ਮੰਨ ਲਵੋ ਘਰ ਦੇ ਵਿੱਚ, ਵਾਹਿਗੁਰੂ ਭਲਾ ਕਰੇ, ਪਤਨੀ ਦਾ ਜੀਵਨ ਗਰਕ ਗਿਆ। ਉਹ ਕੰਮ ਭਾਵੇਂ ਨਾ 24 ਘੰਟੇ ਬਹੁਤ ਜ਼ਿਆਦਾ ਕਰਦੇ ਆ, ਮਾਫ ਕਰਨਾ, ਸਾਰੇ ਟੱਬਰ ਦੇ ਨੱਕੋਂ ਮੂੰਹੋਂ ਲੈ ਜਾਂਦੀ ਆ। ਇੱਕ ਉਦਾਹਰਨ ਆ, ਇਵੇਂ ਜਿਵੇਂ ਅਸੀਂ ਦਿਨ ਰਾਤ ਸੇਵਾ ਕਰੀਏ, ਪਰ ਗੁਰੂ ਪਾਤਸ਼ਾਹ ਕਹਿੰਦੇ ਜੀਵ ਆਤਮਾ ਸਾਡੀ ਨਾ ਗੁਰੂ ਪਰਮਾਤਮਾ ਦੇ ਚਰਨਾਂ ਵਿੱਚ ਪਿਆਰ ਨਹੀਂ ਖੱਟ ਸਕੇਗੀ ਦਿਨ ਰਾਤ ਦੀ ਸੇਵਾ ਕਰਨ ਤੋਂ ਬਾਅਦ ਵੀ। ਕਿਉਂ? ਕਿਉਂਕਿ ਜੇ ਸਾਡੇ ਕੋਲੇ ਆਪਣਾ ਆਪ ਸਵਾਰਨ ਵਾਲਾ ਪੱਖ ਨਹੀਂ ਆਇਆ। ਕੰਮ ਭਾਵੇਂ ਥੋੜਾ ਹੋ ਜੇ, ਆਪਣਾ ਆਪ ਸਵਾਰਿਆ ਵਾ ਨਾ, ਇੱਜ਼ਤ ਸਹੀ ਆ। ਗੁਰੂ ਸਾਹਿਬ ਜੀ ਕਹਿੰਦੇ ਫਿਰ ਉਹ ਦੁਨਿਆਵੀ ਲੋਕਾਂ ਦੀ ਨਿਗਾਹ 'ਚ ਵੀ ਮਾਣ ਪਾਉਂਦੀ ਆ। ਤੇ ਇੱਥੇ ਗੱਲ ਆ ਸਾਡੀ ਅੰਦਰ ਦੀ ਇੱਜ਼ਤ ਦੀ, ਅਸੀਂ ਗੁਰੂ ਕੋਲੇ ਫਿਰ ਮਾਣ ਪਾਵਾਂਗੇ ਜੇ ਅਸੀਂ ਬਾਬਾ ਫਰੀਦ ਸਾਹਿਬ ਦੀ ਗੱਲ ਸੁਣ ਕੇ ਆਪਣੇ ਹੱਥ ਝਾੜ ਲਵਾਂਗੇ, ਆਪਣੇ ਹੱਥਾਂ ਨੂੰ ਸਾਫ਼ ਕਰ ਲਵਾਂਗੇ। ਉਹ ਹੱਥਾਂ ਦੇ ਵਿੱਚ ਰਿਸ਼ਵਤ ਨਾ ਆਵੇ, ਉਹਨਾਂ ਵਿੱਚ ਮੈਲਾਪਣ ਨਾ ਆਵੇ, ਬਕਾਰੀ ਪੱਖ ਨਾ ਆਵੇ, ਫਿਰ ਜ਼ਿੰਦਗੀ ਚੜ੍ਹਦੀ ਕਲਾ ਵਾਲੀ ਆ। ਨਾ ਗੁਰੂ ਸਾਹਿਬ ਹੱਸਣ ਤੋਂ ਰੋਕਦੇ ਆ, ਨਾ ਗੁਰੂ ਸਾਹਿਬ ਕੁਛ ਖਾਣ ਤੋਂ ਰੋਕਦੇ ਆ, ਨਾ ਪਹਿਨਣ ਤੋਂ ਰੋਕਦੇ ਆ। ਬਸ ਗੱਲ ਇੰਨੀ ਕੁ ਦੱਸ ਦਿੱਤੀ ਵੀ ਤੇਰੇ ਜੀਵਨ ਵਿੱਚ ਥੋੜੀ ਜਿਹੀ ਸਮਝ ਹੋਣੀ ਜ਼ਰੂਰੀ ਆ। ਜੋ ਮਰਜ਼ੀ ਖਾ ਪੀ, ਜੋ ਮਰਜ਼ੀ ਹੱਸ, ਤੈਨੂੰ ਹੱਸਣ ਤੋਂ ਵਰਜਿਆ ਨਹੀਂ, ਤੈਨੂੰ ਖਾਣ ਪੀਣ ਤੋਂ ਨਹੀਂ ਵਰਜਿਆ। ਤੂੰ ਸਦਾ ਹੀ ਸੁਹਾਗਣਾ ਵਾਲਾ ਜੀਵਨ ਬਤੀਤ ਕਰੇਗਾ, ਆਗਿਆਕਾਰੀ ਬਣ ਕੇ ਜ਼ਿੰਦਗੀ ਜਿਉਂ। ਸੋ ਸਭ ਦਾ ਧੰਨਵਾਦ। ਅੱਜ ਇੱਕ ਸ਼ਲੋਕ ਦੀ ਆਪਾਂ ਵਿਆਖਿਆ ਕੀਤੀ ਆ। ਵਿਆਖਿਆ ਕਰਦਿਆਂ ਤੋਂ ਬੜੀਆਂ ਭੁੱਲਾਂ ਰਹਿ ਜਾਂਦੀਆਂ। ਸੰਗਤ ਤੇ ਗੁਰੂ ਸਾਹਿਬ ਬਖਸ਼ਣ ਯੋਗ ਨੇ। ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ